ਤੁਸੀਂ ਚਲੇ ਜਾਓ ਪਾਕਿਸਤਾਨ, ਤੁਹਾਨੂੰ ਜੀ ਜਾਣ ਦਾ ਪ੍ਰਬੰਧ ਮੈਂ ਕਰ ਦਿੰਨਾ। ਜੰਮੂ ਕਸ਼ਮੀਰ 'ਚ ਧਾਰਾ 370 ਸੀ। ਜਦੋਂ ਜਿਹੜਾ ਪੰਜਾਬੀਆਂ ਦਾ ਦੇਸ਼ ਪੰਜਾਬ ਸੀ, ਉਹ ਜੀ ਲਹੂ ਡੋਲਵੀਂ ਜੰਗ ਲੜ ਕੇ ਇਹਨੂੰ ਗੁਲਾਮ ਬਣਾਇਆ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਪ੍ਰੀਤ ਸਿੰਘ। ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਘੱਲੂਘਾਰਾ ਦਿਵਸ ਚੱਲ ਰਿਹਾ ਹੈ 1 ਜੂਨ ਤੋਂ ਲੈ ਕੇ 6 ਜੂਨ 1984 ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਆਪਣੀ ਭਾਰਤੀ ਫੌਜ ਅਤੇ ਕੁਝ ਨੀਮ ਫੌਜੀ ਦਸਤਿਆਂ ਨੂੰ ਹੁਕਮ ਕੀਤੇ ਗਏ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰਾ ਪਾਇਆ ਗਿਆ। ਉੱਥੇ ਹਮਲਾ ਹੋਇਆ ਜਿਸ ਦੇ ਵਿੱਚ ਬਹੁਤ ਲੋਕ ਸ਼ਹੀਦ ਹੋਏ, ਫੌਜ ਦਾ ਵੀ ਬਹੁਤ ਸਾਰਾ ਨੁਕਸਾਨ ਹੋਇਆ ਔਰ ਜਿਹੜੀ ਦਰਬਾਰ ਸਾਹਿਬ ਦੀ ਵਿਰਾਸਤ ਹੈ ਉਸ ਨੂੰ ਵੀ ਬਹੁਤ ਸਾਰਾ ਨੁਕਸਾਨ ਹੋਇਆ। ਤਕਰੀਬਨ ਅਸੀਂ ਕਈ ਦਿਨਾਂ ਤੋਂ ਜਦ ਵੀ ਇਹ ਦਿਹਾੜਾ ਆਉਂਦਾ ਹਰ ਸਾਲ ਅਸੀਂ ਬਹੁਤ ਸਾਰੇ ਜਿਹੜੇ ਉਸ ਵਕਤ ਦੇ ਚਸ਼ਮਦੀਦ ਸੀ ਉਹਨਾਂ ਤੋਂ ਇਹ 6 ਦਿਨਾਂ ਦਾ ਹਾਲ ਪੁੱਛਦੇ ਹਾਂ। ਪਰ ਅੱਜ ਸਾਡੇ ਨਾਲ ਇੱਕ ਇਸ ਤਰ੍ਹਾਂ ਦੇ ਮਹਿਮਾਨ ਮੌਜੂਦ ਆ ਜਿਨ੍ਹਾਂ ਨੂੰ ਇਸ ਦੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹੈ, ਕਿਉਂਕਿ ਉਹ ਜਿਹੜੇ ਮਹਿਮਾਨ ਨੇ ਉਹਨਾਂ ਨੇ 70ਵਿਆਂ 80ਵਿਆਂ ਤੋਂ ਲੈ ਕੇ ਪੰਜਾਬ ਦੀ ਅੱਜ ਤੱਕ ਦੀ ਹਰ ਇੱਕ ਮੂਵਮੈਂਟ ਨੂੰ ਬੜੇ ਕਰੀਬ ਤੋਂ ਦੇਖਿਆ ਔਰ ਉਹ ਉਸ ਵਕਤ ਗੁਰਚਰਨ ਸਿੰਘ ਜੀ ਟੌਹੜਾ ਉਹਨਾਂ ਦੇ ਬੜੇ ਕਰੀਬੀ ਵੀ ਰਹੇ ਹੈ ਔਰ ਕਿਸੇ ਸਮੇਂ ਉਹਨਾਂ ਦੇ ਨਿੱਜੀ ਪ੍ਰੈਸ ਸਕੱਤਰ ਵੀ ਰਹੇ ਹੈ। ਮੇਰੇ ਨਾਲ ਮਲਵਿੰਦਰ ਸਿੰਘ ਮਾਲੀ ਜੀ ਮੌਜੂਦ ਆ। ਮਾਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਹਾਡਾ ਕਿਉਂਕਿ ਸਮਾਂ ਬੜਾ ਕੀਮਤੀ ਆ, ਬਹੁਤ ਸਾਰੇ ਚੈਨਲਸ ਆਲਰੇਡੀ ਤੁਹਾਡੇ ਤੋਂ ਟਾਈਮ ਤੁਹਾਡਾ ਜਿਹੜਾ ਬੁੱਕ ਹੁੰਦਾ, ਸੋ ਮਾਲਵਿੰਦਰ ਮਾਲੀ ਜੀ ਤੋਂ ਉਹ ਸਵਾਲ ਪੁੱਛਾਂਗੇ ਜਿਹੜੇ ਜਾਂ ਤਾਂ ਕਦੇ ਪੁੱਛੇ ਹੀ ਨਹੀਂ ਗਏ ਜਾਂ ਪੁੱਛੇ ਜਾਣੇ ਚਾਹੀਦੇ ਆ, ਕਿਉਂਕਿ ਸਾਨੂੰ ਇੱਕ ਪਰਦਾ ਦਿਖਾਇਆ ਜਾਂਦਾ, ਇੱਕ ਮੂਵੀ ਜਿਸ ਤਰ੍ਹਾਂ ਹੁੰਦੀ ਹੈ ਉਸ ਤਰ੍ਹਾਂ ਸਾਨੂੰ ਅਸੀਂ ਇੱਕ ਪਾਰਟ ਤਾਂ ਦੇਖ ਲੈਂਦੇ ਹਾਂ 1 ਜੂਨ ਤੋਂ 6 ਜੂਨ, ਪਰ ਉਹਦੇ ਪਿੱਛੇ ਦੇ ਕੀ ਸਮੀਕਰਨ ਸੀ ਜਾਂ ਕੀ ਉਸ ਵੇਲੇ ਸਰਕਮਸਟੈਂਸਸ ਬਣੇ, ਉਹ ਜਾਣਨੇ ਅੱਜ ਕੌਮ ਦੇ ਲਈ ਔਰ ਪੰਜਾਬੀਆਂ ਦੇ ਲਈ ਬੜੇ ਜ਼ਰੂਰੀ ਹੈ। ਮਾਲੀ ਸਾਹਿਬ, ਪਹਿਲਾ ਸਵਾਲ ਮੇਰਾ ਇਹ ਹੈ ਕਿ ਉਹ ਕਿਹੜੇ ਕਾਰਨ ਸੀ, ਕਿਉਂਕਿ 47 ਦੇ ਵਿੱਚ ਧਰਮ ਆਧਾਰਿਤ ਜਿਹੜੀ ਮੁਲਕ ਦੀ ਵੰਡ ਹੁੰਦੀ ਹੈ, ਉਸ ਤੋਂ ਬਾਅਦ ਇਹ ਕਾਰਨ ਕਿੱਥੋਂ ਸ਼ੁਰੂ ਹੁੰਦੇ ਆ, ਕਦੋਂ ਸਿੱਖਾਂ ਦਾ ਤੇ ਪੰਜਾਬੀਆਂ ਦਾ ਆਪਣੀ ਹੀ ਸਰਕਾਰ ਨਾਲ ਤਕਰਾਰ ਸ਼ੁਰੂ ਹੁੰਦਾ ਹੈ ਔਰ ਆਖਰ ਉਹ ਕਿਹੜੇ ਕਾਰਨ ਬਣ ਜਾਂਦੇ ਆ ਕਿ ਐਡਾ ਵੱਡਾ ਸਟੈਪ ਲੈ ਲਿਆ ਜਾਂਦਾ ਹੈ, ਇੱਕ ਉਸ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਹੜੀ ਤਮਾਮ ਦੁਨੀਆ 'ਚ ਵਸਦੇ ਨਾ ਸਿਰਫ ਸਿੱਖਾਂ ਲਈ ਬਾਕੀ ਬਹੁਤ ਸਾਰੇ ਹੋਰ ਧਰਮਾਂ ਲਈ ਵੀ ਬੜੀ ਮੁਕੱਦਸ ਥਾਂ ਹੈ। ਦੇਖੋ ਜੀ, ਜੇ ਇਤਿਹਾਸਕ ਤੌਰ ਤੇ ਦੇਖਣਾ ਹੋਵੇ ਤਾਂ ਇਹ ਗੱਲ ਤਾਂ 1849 ਤੋਂ ਤੁਰਦੀ ਆ ਜੀ, ਜਦੋਂ ਜਿਹੜਾ ਪੰਜਾਬੀਆਂ ਦਾ ਦੇਸ਼ ਪੰਜਾਬ ਸੀ ਉਹ ਲਹੂ ਡੋਲਵੀਂ ਜੰਗ ਲੜ ਕੇ ਇਹਨੂੰ ਗੁਲਾਮ ਬਣਾਇਆ ਗਿਆ। ਜੀ, ਪੰਜਾਬ ਤਾਂ ਰਹੀ ਸਾਰਾ 98 ਸਾਲ ਗੁਲਾਮ ਆ। ਭਾਰਤ ਆ ਜਿਹੜਾ ਉਹਨਾਂ ਨੇ ਅੱਡ-ਅੱਡ ਦੇਸ਼ ਇਕੱਠੇ ਕਰਕੇ ਇੰਡੀਆ ਬਣਾਇਆ ਸੀ, ਉਹ 200-250 ਸਾਲ ਤੱਕ ਗੁਲਾਮ ਰਿਹਾ ਅੰਗਰੇਜ਼ਾਂ ਦਾ। ਜੀ, ਇਹ ਲੜਾਈ ਤਾਂ ਅਸਲ 'ਚ ਉਦੋਂ ਦੀ ਚੱਲ ਰਹੀ ਆ। ਉਸ ਤੋਂ ਬਾਅਦ ਕੀ ਹੋਇਆ, ਅੰਗਰੇਜ਼ਾਂ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਸੀ ਉਹਦੇ ਅੱਡ-ਅੱਡ ਰੂਪ ਚੱਲਦੇ ਰਹੇ। ਉਹਨਾਂ ਨੇ ਜਿਹੜਾ ਉਹ ਸਾਡਾ ਸਾਂਝਾ ਸੀ ਪੰਜਾਬ, ਦੇਸ਼ ਪੰਜਾਬ, ਉਹਨਾਂ ਨੂੰ ਤੋੜਨ ਤੇ ਵੰਡਣ ਦੇ ਲਈ ਉਹਨਾਂ ਨੇ ਪੂਰੇ ਯਤਨ ਕੀਤੇ। ਸਿੱਖਾਂ ਨੂੰ ਵੱਖਰਾ, ਮੁਸਲਮਾਨਾਂ ਨੂੰ ਵੱਖਰਾ, ਹਿੰਦੂਆਂ ਨੂੰ ਹੋਰ ਤਰ੍ਹਾਂ ਡੀਲ ਕਰਨ ਦਾ। ਤੇ ਉਹਦਾ ਸਿੱਟਾ ਲਿਆ ਕੇ ਜਦੋਂ ਆਜ਼ਾਦੀ ਦੀ ਗੱਲ ਆਈ, ਦੇਖੋ ਸਿੱਖ ਦੋ ਪਾਸੇ ਲੜੇ। ਅੰਗਰੇਜ਼ਾਂ ਨੂੰ ਪਤਾ ਸੀ ਵੀ ਇਹਨਾਂ 'ਚ ਦੋ ਵੱਡੇ ਗੁਣ ਨੇ, ਇੱਕ ਤਾਂ ਇਹ ਲੜਾਕੇ ਨੇ, ਇੱਕ ਕਿਸਾਨ ਵਧੀਆ ਨੇ। ਫੌਜ 'ਚ ਭਰਤੀ ਖੋਲਤੀ ਸਿੱਖਾਂ ਦੀ, 12 ਬਸਾਤੀਆਂ ਖੇਤੀ ਵਾਲੇ ਪਾਸੇ ਲਾਤਾ, ਉਹ ਉਹਨਾਂ ਦੇ ਦੋਹੇ ਪਾਸੇ ਉਹਨਾਂ ਦੇ ਹਿੱਤ ਪੂਰੇ ਜਾਂਦੇ ਸੀ। ਬਾਕੀ ਜਿਹੜੇ ਪੰਜਾਬੀ ਲੜੇ, ਇੱਕ ਤਾਂ ਇੰਡੀਆ ਖਾਤਰ ਲੜੇ, ਇੱਕ ਇੰਡੀਆ ਤੋਂ ਆਜ਼ਾਦ ਹੋਣ ਖਾਤਰ ਲੜੇ। ਉਹ ਸੀ ਉਹਨਾਂ ਨੇ ਆਪਣੇ ਦੇਸ਼ ਨੂੰ, ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਦੇ ਰਾਹ ਪੈਣ ਦੀ ਥਾਂ ਇਸ ਤਰ੍ਹਾਂ ਸਾਰੇ ਹਾਲਾਤ ਬਣ ਗਏ ਕਿ ਉਹ ਭਾਰਤ ਮਾਤਾ ਨੂੰ ਆਜ਼ਾਦ ਕਰਾਉਣ ਦੇ ਰਾਹ ਪੈ ਗਏ। ਜਦੋਂ ਆਜ਼ਾਦੀ ਸਾਹਮਣੇ ਆਈ ਉਦੋਂ ਸਿਰਾਂ ਦੀ ਗਿਣਤੀ ਸਾਹਮਣੇ ਲਿਆਂਦੀ, ਧਰਮ ਦੇ ਆਧਾਰ ਤੇ ਦੇਸ਼ ਬਣਾਉਣ ਦੀ ਗੱਲ ਲਿਆਂਦੀ, ਕਾਂਗਰਸ ਨੇ ਲਿਆਂਦੀ ਵੱਡੀ ਪੱਧਰ ਤੇ, ਉਹਨੂੰ ਮੁੜ ਕੇ ਉਹਦੇ ਰਿਐਕਸ਼ਨ 'ਚ ਮੁਸਲਮਾਨਾਂ ਨੇ ਲਿਆਂਦੀ। ਜਦੋਂ ਉਸ ਪੈਂਤੜੇ ਅਨੁਸਾਰ ਸਿੱਖ ਸੋਚਣ ਲੱਗੇ, ਉਹਨਾਂ ਦੇ ਪੱਲੇ ਕੁਛ ਨਹੀਂ ਸੀ। ਮੋਗਾ ਤੇ ਤਰਨਤਾਰਨ ਤਹਿਸੀਲ ਤੋਂ ਬਿਨਾਂ ਕਿਤੇ ਬਹੁ ਗਿਣਤੀ ਨਹੀਂ ਬਣਦੀ ਸੀ। ਮੁਸਲਮਾਨਾਂ ਦੀ 2 ਥਾਂ ਤੇ ਬਣਦੀ ਸੀ, ਬੰਗਲਾਦੇਸ਼ ਬਣ ਗਿਆ, ਬੰਗਾਲ ਨੂੰ ਵੱਢ ਕੇ, ਤੇ ਪੰਜਾਬ ਨੂੰ ਵੱਢ ਕੇ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਏ ਜੀ। ਫਿਰ ਵਾਅਦੇ ਕੀਤੇ ਕੁਛ, ਉਹਨਾਂ ਅਨੁਸਾਰ ਸਿੱਖਾਂ ਨੇ ਫੇਰ ਸਰਵਾਈਵ ਕਰਨ ਲਈ ਪੰਜਾਬੀਆਂ ਨੇ ਇਕੱਲੇ ਸਿੱਖਾਂ ਦੀ ਥਾਂ ਕਹਿਣ ਜਿਹੜਾ, ਕਿਉਂ ਹਿੰਦੂ ਵੀ ਲੁੱਟੇ ਪੁੱਟੇ ਗਏ ਸੀ, ਮੁਸਲਮਾਨ ਵੀ ਲੁੱਟੇ ਪੁੱਟੇ ਗਏ ਸੀ, ਸਿੱਖ ਵੀ ਲੁੱਟੇ ਪੁੱਟੇ ਗਏ ਸੀ, ਲੱਖਾਂ ਮਾਰੇ ਗਏ, ਕਿੰਨਾ ਕੁਛ ਉਜੜਿਆ। ਪੰਜਾਬੀਆਂ ਨੇ ਫੇਰ ਵੀ ਸਰਵਾਈਵ ਕਰਨ ਖਾਤਰ ਜਿੱਥੇ ਜਿੱਥੇ ਗਏ ਉਹਨਾਂ ਨੇ ਸੰਘਰਸ਼ ਕੀਤਾ, ਪੈਰਾਂ ਸਿਰ ਖੜੇ ਹੋਏ। ਪੈਰਾਂ ਸਿਰ ਖੜੇ ਹੋਣ ਤੋਂ ਬਾਅਦ ਫਿਰ ਜਦੋਂ ਸੂਬੇ ਬਣਨ ਲੱਗੇ, ਫਿਰ ਇਹ ਭਾਵਨਾ ਉੱਠੀ ਵੀ ਆਪਾਂ ਵੀ ਆਪਣਾ ਸੂਬਾ ਬਣਾਈਏ।
ਜਿਹੜੇ ਪਵਾਨਿਆਂ ਨਾਲ ਦੂਜੇ ਸੂਬੇ ਬਣਾਏ ਸੀ, ਪੰਜਾਬ ਸੂਬਾ ਨਹੀਂ ਬਣਾਇਆ, ਪੰਜਾਬ ਦੀ ਵੰਡ ਕੀਤੀ। ਬਿਲਕੁਲ ਰੀਆਰਗੇਨਾਈਜੇਸ਼ਨ ਐਕਟ ਇਹਨੂੰ ਨਾਂ ਦਿੱਤਾ ਪੰਜਾਬ ਦੀ ਮੁੜ ਹੱਦਬੰਦੀ ਜੀ। ਪੰਜਾਬੀ ਸੂਬੇ ਦੀ ਸਥਾਪਨਾ ਦੀ ਥਾਂ ਉਹਦੇ ਵਿੱਚ ਸਾਰੇ ਕਾਨੂੰਨ ਸਿੱਕੇ ਤੇ ਟੰਗ ਕੇ ਸਾਤੋਂ ਕੁਦਰਤੀ ਸਾਧਨ ਵੀ ਖੋਲੇ, ਰਾਜਧਾਨੀ ਵੀ ਖੋਲੀ, ਤੇ ਉਹ ਦੂਜੀ ਬੋਲੀ ਵਾਲੇ ਹਿਸਾਬ ਦੇ ਨਾਲ ਵੀ ਪੂਰਾ ਨਹੀਂ ਕੀਤਾ। ਬਹੁਤ ਸਾਰੇ ਇਲਾਕੇ ਸੀ ਜਿਹੜੇ ਉਹ ਵੀ ਸਾਥੋਂ ਬਾਹਰ ਰਹਿ ਗਏ। ਬਿਲਕੁਲ। ਫਿਰ ਇੱਥੇ ਕੀ ਹੋਇਆ, ਇੱਥੇ ਦੋ ਪਾਸਿਆਂ ਤੋਂ ਸੰਘਰਸ਼ ਸ਼ੁਰੂ ਹੋਇਆ ਜੀ। ਇੱਕ ਤਾਂ ਇਹ ਹੋਇਆ ਵੀ ਹੁਣ ਤੱਕ ਜਿੰਨੀਆਂ ਲੜਾਈਆਂ ਲੜੀਆਂ ਨੇ ਉਹਨਾਂ ਪੂਰੀ ਤਰ੍ਹਾਂ ਸਫਲਤਾ ਨਹੀਂ ਮਿਲੀ। ਧਰਮ ਦੇ ਖੇਤਰ 'ਚੋਂ ਇੱਕ ਆਵਾਜ਼ ਉੱਠੀ ਵੀ ਸਾਨੂੰ ਸਿੱਖੀ ਦੇ ਵਿੱਚ ਪਰਪੱਕ ਹੋਣਾ ਚਾਹੀਦਾ ਜੀ। ਅਸੀਂ ਸਿੱਖੀ ਦੇ ਮੂਲ ਨਾਲੋਂ ਟੁੱਟ ਗਏ। ਜਦੋਂ ਤੱਕ ਉਹ ਵਿਰਾਸਤ ਆ ਜਿਹੜੀ ਸਾਡੀ ਜਾਂ ਉਹ ਜਿਹੜਾ ਸਾਡੀ ਕਾਣਾ ਜਿਹੜਾ ਉਹਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਬਾਕੀ ਗੱਲਾਂ ਦਾ ਕੋਈ ਫਾਇਦਾ ਨਹੀਂ। ਉਹ ਫਿਰ ਟਕਸਾਲ ਵਾਲੇ ਪਾਸੇ ਉਹ ਗੱਲ ਆਈ ਉੱਭਰ ਕੇ ਜੀ। ਸੰਤ ਕਰਤਾਰ ਸਿੰਘ ਵੱਲੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਐਮਰਜੈਂਸੀ ਦੌਰਾਨ, ਉਦੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਸ ਰਾਹ ਤੁਰੇ ਜੀ। ਅਕਾਲੀ ਰਾਜ ਦੇ ਸਰਕਾਰ ਦੇ ਪੱਖ ਤੋਂ ਤੁਰੇ ਵੀ ਜਦੋਂ ਰਾਜ ਕੋਲੇ ਹੱਕ ਹੈ ਨਹੀਂ ਜੀ। ਜੰਮੂ ਕਸ਼ਮੀਰ ਚ ਧਾਰਾ 370 ਸੀ, 4 ਮਹਿਕਮੇ ਤੋਂ ਨਾ ਬਾਕੀ ਉਹਨਾਂ ਦੇ ਕੋਲੇ ਸੀ। ਬਿਲਕੁਲ। ਪੰਜਾਬ ਕੋਲੇ ਕੁਝ ਵੀ ਨਹੀਂ ਸੀ ਵੱਖਰਾ। ਬਿਲਕੁਲ। ਉਹ ਦੂਜੇ ਸੂਬਿਆਂ ਕੋਲੇ ਹੈਗਾ ਸੀ, ਉਹ ਵੀ ਖੋਲਿਆ ਸੀ ਜੀ। ਫਿਰ ਇਹ ਬੰਦ ਅਧਿਕਾਰਾਂ ਲਈ ਲੜਾਈ ਲੜੀ ਇਹਨਾਂ ਨੇ, ਜਿਨ੍ਹਾਂ ਨੇ ਸ਼ੁਰੂ ਪਾਣੀ ਤੋਂ ਕੀਤਾ ਕਪੂਰੀ ਮੋਰਚਾ ਜੀ। ਬਿਲਕੁਲ। ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਆਨੰਦਪੁਰ ਦਾ ਮੋਰਚਾ ਲਈ ਦਿੱਲੀ ਮੋਰਚਾ ਲਾਇਆ ਹੋਇਆ ਸੀ ਜੀ। ਜਦੋਂ ਪੰਜਾਬ ਦੇ ਵਿੱਚ ਉਭਾਰ ਆਇਆ ਤਾਂ ਕੁਦਰਤੀ ਤੌਰ ਤੇ ਉਭਾਰ ਇਹ ਆਇਆ ਵੀ ਇਹ ਤਿੰਨ ਮੋਰਚੇ ਕਿਉਂ, ਤਿੰਨੇ ਸਿੱਖਾਂ ਖਾਤਰ ਜੀ। ਇਹਨਾਂ ਨੂੰ ਇਕੱਠੇ ਕਰੋ ਜੀ। ਕਿਉਂਕਿ ਉਸ ਵੇਲੇ ਜਿਹੜਾ ਧਰਮ ਦੀ ਲਹਿਰ ਚਲਾ ਰਹੇ ਸੀ ਸੰਤ ਭਿੰਡਰਾਂਵਾਲੇ ਜੀ, ਉਹਦਾ ਨਿਸ਼ਾਨਾ ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਲੀਡਰਸ਼ਿਪ ਸੀ ਜੀ, ਜਿਹਨੂੰ ਕਾਂਗਰਸ ਹੁੰਗਾਰਾ ਦਿੰਦੀ ਸੀ ਵੀ ਹਾਂ ਸੰਤ ਜੀ ਦੀ ਠੀਕ ਆ ਗੱਲ, ਕਿਉਂਕਿ ਉਹਨਾਂ ਦੇ ਸਿਆਸੀ ਵਿਰੋਧੀਆਂ ਦੇ ਖਿਲਾਫ ਜਾਂਦਾ ਸੀ। ਬਿਲਕੁਲ। ਜਦੋਂ ਸੰਤ ਦੇ ਬੰਦਿਆਂ ਨੂੰ ਪੁਲਿਸ ਫੜਨ ਲੱਗੀ, ਧਰਮ ਪ੍ਰਚਾਰ ਤੋਂ ਵੀ ਘਬਰਾਉਣ ਲੱਗ ਗਈ ਵੀ ਇਹ ਤਾਂ ਗੱਲ ਕਿੱਧਰ ਨੂੰ ਜਾ ਰਹੀ ਆ, ਤਾਂ 18 ਸਿੰਘ ਤੇ ਭਾਈ ਅਮਰੀਕ ਸਿੰਘ ਛਡਾਉਣਗੇ, ਉਹ ਵੀ ਗ੍ਰਿਫਤਾਰ ਕਰ ਲਏ ਜੀ। ਉਹਨਾਂ ਨੇ ਦਰਬਾਰ ਸਾਹਿਬ ਮੋਰਚਾ ਲਾ ਲਿਆ ਜੀ। ਅਕਾਲੀ ਦਲ ਦੀ ਕਹਿ ਲਓ ਜਾਂ ਸਿੱਖਾਂ ਦੀ ਕਹਿ ਲਓ, ਇਤਿਹਾਸ ਜੁੜਿਆ ਹੋਇਆ ਦਰਬਾਰ ਸਾਹਿਬ ਦੀ ਮੋਰਚੇ ਲਾਉਣ ਨੂੰ, ਚਾਹੇ ਉਹ ਪੰਜਾਬੀ ਸੂਬੇ ਦਾ ਮੋਰਚਾ, ਚਾਹੇ ਉਹ ਚਾਬੀਆਂ ਦਾ ਮੋਰਚਾ, ਚਾਹੇ ਕਿੰਨੇ ਵੀ ਮੋਰਚੇ ਨੇ। ਬਿਲਕੁਲ। ਫਿਰ ਇਹ ਮੋਰਚਾ ਉੱਤੇ ਇਕੱਠਾ ਹੋ ਕੇ ਬਣਿਆ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਮੋਰਚਾ। ਜੀ। ਆਨੰਦਪੁਰ ਦਾ ਮਤਾ ਜਿਹੜਾ ਕੋਈ ਵੱਖਵਾਦੀ ਨਹੀਂ ਗੱਲ ਕਰਦਾ, ਅੱਡ ਗੱਲ ਨਹੀਂ ਕਰਦਾ, ਫੈਡਰਲ ਢਾਂਚੇ ਦੀ ਗੱਲ ਕਰਦਾ, ਸਾਰੇ ਮੁਲਕ ਨੂੰ ਉਸ ਢਾਂਚੇ ਦੀ ਲੋੜ ਆ। ਬਿਲਕੁਲ। ਸਟੇਟ ਆਟੋਨਮੀ। ਹਾਂ, ਉਦੋਂ ਪਹਿਲਾਂ 1978 ਚ ਜਿਹੜੀ ਨਿਰੰਕਾਰੀਆਂ ਵਾਲੀ ਗੱਲ ਵਾਪਰੀ ਆ, ਜੀ। ਉਹਨੇ ਵੀ ਬਲਦੀ ਤੇ ਜਿਹਨੂੰ ਆਪਾਂ ਕਹਿ ਦਈਏ ਤੇਲ ਪਾਇਆ। ਜੀ। ਉਹਨਾਂ ਦੇ ਖਿਲਾਫ ਇੱਕ ਹੁਕਮਨਾਮਾ ਜਾਰੀ ਹੋਇਆ, ਉਹਨਾਂ ਨਾਲ ਇੱਕ ਵਿਰੋਧ ਜਾਰੀ ਹੋਇਆ, ਟਕਰਾਅ ਜਾਰੀ ਹੋਇਆ, ਮਾਰ ਮਰਾਈ ਦੀਆਂ ਘਟਨਾਵਾਂ ਵੀ ਹੋਈਆਂ। ਜੀ। ਸੋ ਇਸ ਕਰਕੇ ਜਿੰਨੀਆਂ ਸਾਡੇ ਸਮਾਜ ਦੇ ਵਿੱਚ ਵਿਰੋਧਤਾ ਆਈਆਂ ਸੀ, ਜਿਹੜੀ ਆਪਾਂ ਕਹਿ ਦਈਏ ਸਿੱਖਾਂ ਦੀ ਪਛਾਣ ਦੀ ਗੱਲ, ਸਿੱਖਾਂ ਦੀ ਉਹ ਵੀ ਆ ਗਈ, ਕੌਮਾਂ ਦੀ ਪਛਾਣ ਦੀ ਗੱਲ, ਪੰਜਾਬੀ ਦੀ ਗੱਲ ਆ ਗਈ, ਪੰਜਾਬ ਦੇ ਹੱਕਾਂ ਦੀ ਗੱਲ ਆ ਗਈ, ਉਹ ਸਾਰੀਆਂ ਇੱਥੇ ਆ ਕੇ ਇਕੱਠੀਆਂ ਹੋ ਗਈਆਂ। ਦੂਜਾ ਇਹ ਆ ਜਿਹੜਾ ਵੀ ਸਿੱਖਾਂ 'ਚ ਜਿਹੜਾ ਉਹ ਨਾਬਰੀ ਦੀ ਪਰੰਪਰਾ, ਬਾਗੀ ਹੋਣ ਦੀ ਪਰੰਪਰਾ, ਟੱਕਰ ਲੈਣ ਦੀ ਪਰੰਪਰਾ ਜ਼ੁਲਮ ਨਾਲ, ਉਹ ਵੀ ਇਸੇ ਦੌਰ ਦੇ ਵਿੱਚ ਉੱਭਰ ਆਈ ਸਾਡੇ ਸਾਰਿਆਂ ਦੇ ਸਾਹਮਣੇ, ਜਿਹਦੇ ਵਿੱਚੋਂ ਫਿਰ ਭਾਰਤ ਸਰਕਾਰ ਨੇ ਫੈਸਲਾ ਕਰ ਲਿਆ ਵੀ ਮਸਲੇ ਹੱਲ ਕਰਨ ਦੀ ਥਾਂ ਇਹਨੂੰ ਮਸਲਿਆ ਜਾਵੇ। ਇਹਨੂੰ ਇਸ ਤਰ੍ਹਾਂ ਤਾਂ ਕਿ ਜੇ ਇਹ ਵੱਧ ਅਧਿਕਾਰਾਂ ਦੀ ਗੱਲ ਤੁਰਦੀ ਆ ਤਾਂ ਦੇਸ਼ ਵੀ ਤੁਰੂ। ਇਹ ਜਿਹੜਾ ਨਵਾਂ ਲਾਂਘਾ ਭੰਨ ਰਿਹਾ, ਇਹਨੂੰ ਇੱਥੇ ਹੀ ਨੱਕਾ ਲਾ ਦੋ, ਜਿਹਦੇ ਕਰਕੇ ਫਿਰ ਉਹਨੇ ਸਿੱਖਾਂ ਨੂੰ ਕਹਿ ਦਈਏ, ਪੰਜਾਬੀਆਂ ਨੂੰ ਕਹਿ ਦਈਏ, ਨੇਸ ਤੋਂ ਨਬੂਦ ਕਰਨ ਲਈ ਵੱਡਾ ਹਮਲਾ ਕੀਤਾ। ਇਕੱਲਾ ਦਰਬਾਰ ਸਾਹਿਬ ਤੇ ਨਹੀਂ ਹਮਲਾ ਕੀਤਾ, ਬਿਲਕੁਲ ਫੌਜੀ ਹਮਲਾ 32 34 ਹੋਰ ਗੁਰਦੁਆਰੇ ਵੀ ਘੇਰੇ ਤੇ ਸਾਰੇ ਪੰਜਾਬ ਤੇ ਹਮਲਾ ਕੀਤਾ। ਬਿਲਕੁਲ। ਉਸ ਤੋਂ ਬਾਅਦ ਬਾਰਡਰ ਚੱਲਿਆ, ਉਹ ਵੀ ਤੁਹਾਨੂੰ ਪਤਾ। ਬਿਲਕੁਲ। ਅੱਛਾ ਮਾਲੀ ਸਾਹਿਬ, ਇੱਕ ਸਵਾਲ ਮੇਰਾ ਇਹ ਹੈ ਕਿ ਜਦੋਂ ਸਿੱਖ ਸੰਘਰਸ਼ ਦੀ, ਜਾਂ ਕੁਝ ਲੋਕ ਇਹਨੂੰ ਖੜਕੂਵਾਦ ਦਾ ਨਾਮ ਦਿੰਦੇ ਆ, ਇਹ ਤੋਂ ਪਹਿਲਾਂ ਇੱਕ ਹੋਰ ਲਹਿਰ ਪੰਜਾਬ ਦੇ ਵਿੱਚ ਚੱਲੀ ਸੀ, ਨਕਸਲੇਟ ਮੂਵਮੈਂਟ, ਜੋ ਸ਼ਾਇਦ 70ਵਿਆਂ ਦੇ ਨੇੜੇ ਤੇੜੇ ਚੱਲੀ ਸੀ। ਸਾਡੇ ਵੀ ਕਿਉਂਕਿ ਕੁਝ ਪਿੰਡ ਦੇ ਬਜ਼ੁਰਗ ਉਹਦੇ ਵਿੱਚ ਸ਼ਾਮਲ ਸੀ। ਉਹ ਕਦੇ ਵੀ ਉਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਉਹ ਲਹਿਰ ਸਿਖਰਾਂ ਤੇ ਸੀ। ਅਜਿਹਾ ਕੀ ਹੋ ਗਿਆ? ਕਿਉਂਕਿ ਨਕਸਲੇਟ ਸੋਚ ਹੋਰ ਸੀ, ਸਿੱਖ ਸੋਚ ਹੋਰ ਸੀ। ਅਜਿਹਾ ਕੀ ਹੋਇਆ ਕਿ ਐਡੀ ਸਿਖਰਾਂ ਵਾਲੀ ਮੂਵਮੈਂਟ ਇੱਕੇਦਮ ਡਿੱਗ ਪਈ ਔਰ ਪੰਜਾਬ 'ਚ ਇੱਕੇਦਮ ਜਿਹੜਾ ਹੈ ਉਹ ਇੱਕ ਦੂਸਰੀ ਤਰ੍ਹਾਂ ਦੀ ਜਿਹੜੀ ਲਹਿਰ ਹੈ ਉਹ ਫਿਰ ਇੰਨੀ ਕੁ ਜ਼ਿਆਦਾ ਕਾਬਜ਼ ਹੋ ਜਾਂਦੀ ਹੈ ਕਿ ਸਟੇਟ ਜਿਹੜੀ ਹੈ ਫਿਰ 1.5-2 ਦਹਾਕੇ ਦੇ ਕਰੀਬ ਫਿਰ ਸਟੇਟ ਦੇ ਜਿਹੜੇ ਹਾਲਾਤ ਹੈ ਉਹ ਸਾਰੇ ਜਾਣਦੇ ਆ।
ਅਸਲ 'ਚ ਮੁੱਢਲੇ ਦੌਰ ਦੇ ਵਿੱਚ ਨਾ ਜੀ, ਜਦੋਂ ਜੀ ਸਿੱਖੀ ਦੇ ਵਿੱਚ ਸਿੰਘ ਸਭਾ ਲਹਿਰ ਸ਼ੁਰੂ ਹੋਈ ਆ, ਜਾਂ ਗਦਰੀ ਬਾਬੇ ਭਗਤ ਸਰਾਭਿਆਂ ਦੀ ਗੱਲ ਕਰੀਏ, ਜੀ ਰਸ਼ੀਆ ਇਨਕਲਾਬ ਦੀ ਗੱਲ ਕਰੀਏ, ਜੀ ਉਦੋਂ ਸਿੱਖਾਂ ਨੇ ਵੱਡੀ ਪੱਧਰ ਤੇ ਉਹਦਾ ਪ੍ਰਭਾਵ ਕਬੂਲਿਆ ਜੀ ਵੀ ਜੋ ਸਿੱਖ ਫਲਸਫਾ ਕਹਿੰਦਾ ਯਾਰ ਰਾਜ ਕਿਹਾ ਜਾ ਹੋਣਾ ਚਾਹੀਦਾ, ਬਰਾਬਰੀ ਦਾ, ਲੁੱਟ ਤੋਂ ਮੁਕਤ ਦਾ, ਜਾਤ ਪਾਤ ਤੋਂ ਮੁਕਤ ਦਾ, ਸਿੱਖਾਂ ਨੇ ਉਹ ਪ੍ਰਭਾਵ ਬਾਵਾ ਵੱਡੀ ਪੱਧਰ ਤੇ ਕਬੂਲਿਆ, ਜਿਹਦੇ ਕਰਕੇ ਸਿੱਖ ਫਲਸਫੇ ਤੇ ਕਮਿਊਨਿਸਟ ਫਲਸਫੇ ਦੀਆਂ ਆਪਸੀ ਸਾਂਝੀ ਕਾਫੀ ਦੂਰ ਤੱਕ ਚੱਲਦੀਆਂ ਰਹੀਆਂ ਜੀ। ਪਰ ਜਦੋਂ ਮੁਲਕ ਦੇ ਵਿੱਚ ਨਕਸਲਵਾੜੀ ਲਹਿਰ ਉੱਠੀ ਜੀ, ਉਹ ਪੱਛਮੀ ਬੰਗਾਲ 'ਚ ਇੱਕ ਨਕਸਲਵਾੜੀ ਨਾਂ ਦਾ ਪਿੰਡ ਸੀ, ਕਿਉਂਕਿ ਉੱਥੇ ਮਾਰਕਸੀ ਪਾਰਟੀ ਦਾ ਰਾਜ ਆਇਆ ਸੀ। ਬਿਲਕੁਲ, ਜਿਹੜਾ ਕਮਿਊਨਿਸਟ ਵਾਲੇ ਨਾਰੇ ਸਾਹਮਣੇ ਲੈ ਕੇ ਆਏ ਸੀ, ਜ਼ਮੀਨ ਹਲਵਾਕ ਦੀ ਹੋਊ ਜੀ, ਮਤਲਬ ਇਹ ਜਿਹੜਾ ਆਮਦਨ ਦਾ ਪਾੜਾ, ਜਮਾਤੀ ਪਾੜਾ, ਇਹਨੂੰ ਮੇਟਣ ਲਈ ਯਤਨ ਕਰਾਂਗੇ। ਪਰ ਕਿਉਂਕਿ ਸੂਬੇ ਦੀ ਸਰਕਾਰ ਬਣੀ ਸੀ, ਉਹਨਾਂ ਦੇ ਆਸ਼ਿਆਂ ਤੋਂ ਪੂਰੀ ਨਹੀਂ ਉਤਰੀ, ਤਾਂ ਸੀਪੀਐਮ ਦੇ ਵਿੱਚੋਂ ਨਕਸਲਵਾੜੀ ਲਹਿਰ ਉੱਠੀ। ਬਿਲਕੁਲ, ਜਿਨ੍ਹਾਂ ਨੇ ਕਿਹਾ ਵੀ ਵੋਟਾਂ ਦੇ ਰਾਜ ਨਾਲ ਇਨਕਲਾਬ ਨਹੀਂ ਆਉਂਦਾ, ਹਥਿਆਰਬੰਦ ਘੋਲ ਨਾਲ ਇਨਕਲਾਬ ਆਉਣਾ। ਜਦੋਂ ਫਿਰ ਇਹ ਨਾਰਾ ਦਿੱਤਾ ਗਿਆ ਰਾਜਸੀ ਤਾਕਤ ਬੰਦੂਕ ਦੀ ਨਾਲੀ ਚੋਂ ਨਿਕਲਦੀ ਹੈ ਜੀ, ਤੇ ਉਹਦਾ ਅਗਲਾ ਨਾਰਾ ਇਹ ਦਿੱਤਾ ਜਮਾਤੀ ਦੁਸ਼ਮਣ ਦਾ ਸਫਾਇਆ ਜੀ। ਇਹ ਜਿੱਥੇ ਤਾਂ ਮਾਸ ਮੂਵਮੈਂਟ ਸੀ, ਚੱਲ ਰਹੀਆਂ ਸੀ ਲਹਿਰਾਂ, ਉੱਥੇ ਤਾਂ ਕਾਫੀ ਹੱਦ ਤੱਕ ਇਹ ਚੱਲੀ ਤੇ ਹਲੇ ਤੱਕ ਵੀ ਚੱਲਦੀ ਆ ਰਹੀ ਆ। ਚਾਹੇ ਆਂਧਰਾ ਲੈ ਲਓ, ਬਿਹਾਰ ਲੈ ਲਓ, ਬੰਗਾਲ ਲੈ ਲਓ, ਪੰਜਾਬ ਦੇ ਵਿੱਚ ਇਹ ਸਿੱਧੀ ਹਥਿਆਰਬੰਦ ਘੋਲ ਚ ਬਦਲੀ ਜੀ। ਨੌਜਵਾਨੀ ਸੀ ਜਿਹੜੀ ਕੁਛ ਪੰਜਾਬ ਸਟੂਡੈਂਟ ਯੂਨੀਅਨ ਉਦੋਂ ਭੰਗ ਕਰ ਦਿੱਤੀ ਗਈ ਵੀ ਚਲੋ ਗੋ ਟੂ ਦੀ ਵਿਲੇਜਸ, ਪਿੰਡਾਂ ਨੂੰ ਜਾਓ ਜੀ, ਤੇ ਗਾਹਾਂ ਰਵਾਇਤੀ ਹਥਿਆਰਾਂ ਨਾਲ ਦੁਸ਼ਮਣ ਨੂੰ ਮਾਰੋ ਜੀ। ਉਸ ਸਮੇਂ ਦੌਰਾਨ ਇੱਕ ਨੌਜਵਾਨਾਂ ਦੀ ਲਹਿਰ ਸੀ ਜਿਹੜੀ ਉਹ ਨਕਸਲਵਾੜੀ ਲਹਿਰ ਵਜੋਂ ਉੱਠੀ, ਜਿਹੜੀ ਜਨਤਕ ਲਹਿਰ ਨਹੀਂ ਸੀ, ਮਾਸ ਮੂਵਮੈਂਟ ਨਹੀਂ ਸੀ, ਵਿਅਕਤੀਆਂ ਦੇ ਮੋਢਿਆਂ ਤੇ ਲੜਾਈ ਸੀ। ਤੇ ਉਦੋਂ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ ਇੱਥੇ, ਤੇ ਝੂਠੇ ਮੁਕਾਬਲੇ ਪੰਜਾਬ 'ਚ ਸ਼ੁਰੂਆਤ ਪ੍ਰਕਾਸ਼ ਸਿੰਘ ਬਾਦਲ ਦੇ ਰਾਜ 'ਚ ਵੀ ਜੀ 32 ਜਾਂ 38 ਬੰਦੇ ਇਹਨਾਂ ਨੇ ਮਾਰੇ। ਫਿਰ ਗਵਰਨਰ ਰਾਜ ਆਇਆ, ਗਵਰਨਰ ਰਾਜ ਤੋਂ ਬਾਅਦ ਉਹ ਮੂਵਮੈਂਟ ਸੀ ਜਿਹੜੀ ਉਹ ਖਤਮ ਹੋ ਗਈ। 80 ਤੋਂ ਲੈ ਕੇ 100 ਦੇ ਵਿਚਕਾਰ ਜੀ ਨੌਜਵਾਨ ਮੁੰਡੇ ਸੀ ਜਿਹੜੇ ਉਹ ਫੜ ਕੇ ਝੂਠੇ ਮੁਕਾਬਲਿਆਂ 'ਚ ਮਾਰੇ। ਤਸ਼ੱਦਦ ਬਹੁਤ ਹੋਇਆ ਘਰਾਂ ਤੇ, ਸਦਾ ਹੂੜ ਦੀਆਂ ਜਾਂ ਹੋਰ ਕਿੰਨੇ ਪਿੰਡਾਂ ਦੀਆਂ ਕਹਾਣੀਆਂ ਨੇ। ਕਈ ਹੋਰ ਵਧੀਆ ਐਕਸ਼ਨ ਵੀ ਕੀਤੇ ਉਹਨਾਂ ਦੇ ਹਿਸਾਬ ਨਾਲ ਜੀ। ਇਸ ਤਰ੍ਹਾਂ ਦਾ ਜਿਵੇਂ ਇੱਧਰ ਸਮਾਓ ਵੱਲ ਇੱਕ ਜ਼ਮੀਨ ਖੋਹਣ ਦਾ ਐਕਸ਼ਨ ਹੋਇਆ, ਇੱਕ ਪੁਲਿਸ ਅਫਸਰ ਨੂੰ ਪਟਿਆਲੇ ਮਾਰਿਆ, ਇੱਕ ਥਾਣਾ ਜਿਹੜਾ ਮਤਲਬ ਚਮਕੌਰ ਸਾਹਿਬ ਦਾ ਉਹ ਤੇ ਹਮਲਾ ਕਰਨ ਦੀ ਗੱਲ ਕੀਤੀ। ਪਰ ਜ਼ਿਆਦਾ ਵਿਅਕਤੀਗਤ ਸਫਾਈ ਦੀਆਂ ਗੱਲਾਂ ਹੋਈਆਂ ਜੀ। ਉਹ ਲਹਿਰ ਸੀ ਉਦੋਂ ਦਬਾ ਦਿੱਤੀ ਗਈ। ਜਿਵੇਂ ਖਾੜਕੂ ਲਹਿਰ 'ਚ ਹਜ਼ਾਰਾਂ ਮੁੰਡੇ ਮਾਰ ਕੇ ਆਇਆ, ਹੋ ਗਿਆ ਨਾ ਸ਼ਾਂਤੀ ਹੋ ਗਈ ਜੀ, ਉਦੋਂ ਵੀ ਇਹੀ ਹੋ ਗਿਆ ਸੀ ਵੀ ਸ਼ਾਂਤੀ ਹੋ ਗਈ ਜੀ। ਪਰ ਮੋਗਾ ਘੋਲ ਸੀ ਜਿਹੜਾ, ਉਦੋਂ ਨਕਸਲੀ ਗਰੁੱਪਾਂ ਨੇ ਵੀ ਸੋਚ 'ਚ ਬਦਲਾਅ ਆ ਗਿਆ ਸੀ। ਮੋਗਾ ਘੋਲ 'ਚ ਸਿਨੇਮੇ ਦੀਆਂ ਟਿਕਟਾਂ ਸਸਤੇ ਭਾਅ ਲੈਣ ਲਈ ਵਿਦਿਆਰਥੀਆਂ ਖਾਤਰ ਲੜਾਈ ਹੋਈ, ਗੁੰਡਿਆਂ ਨਾਲ ਲੜਾਈ, ਪੁਲਿਸ ਮਦਦ ਤੇ ਆ ਗਈ, 2 ਵਿਦਿਆਰਥੀ ਮਾਰੇ ਗਏ, 4-5 ਹੋਰ ਮਾਰੇ ਗਏ, ਤੇ ਸਾਰਾ ਪੰਜਾਬ ਅੱਗ ਵਾਂਗੂ ਵਲ ਉੱਠਿਆ ਜੀ। 1 ਲੱਖ ਲੋਕਾਂ ਦਾ ਰੋਸ ਉਸੇ ਤਰ੍ਹਾਂ ਉੱਠਿਆ ਜਿਵੇਂ ਬਹਿਬਲ ਕਲਾਂ ਕਾਂਡ 'ਚ ਹੋਇਆ ਜੀ। ਹਜ਼ਾਰਾਂ ਮੁੰਡੇ ਮਾਰ ਗਏ, ਉਹ ਸਾਰੇ ਮਸਲੇ ਦੱਬ ਤੇ ਚੁੱਪ ਕਰ ਗਏ। ਬਹਿਬਲ ਕਲਾਂ 2 ਜਦੋਂ ਮੁੰਡੇ ਮਾਰੇ ਤਾਂ ਦੇਖੋ ਸਾਰਾ ਪੰਜਾਬ ਤੂਫਾਨ ਵਾਂਗੂ ਉੱਠ ਗਿਆ। ਬਿਲਕੁਲ ਉਹ ਜਿਹੜਾ ਜ਼ੁਲਮ ਦੇ ਖਿਲਾਫ ਗੁੱਸਾ ਰੋਸ ਸੀ ਉਹ ਇੱਥੇ ਪ੍ਰਗਟ ਹੋਇਆ। ਸੋ ਇਸੇ ਤਰ੍ਹਾਂ ਇਸ ਮੋਰਚੇ, ਧਰਮ ਯੁੱਧ ਮੋਰਚੇ ਦੌਰਾਨ ਵੀ ਜੋ ਗੁੱਸਾ ਸੀ ਲੋਕਾਂ ਦਾ ਪ੍ਰਗਟ ਹੋਇਆ, ਤੇ ਕੇਂਦਰ ਨੇ ਉਹੀ ਚਾਲ ਚੱਲੀ ਵੀ ਇਹਨੂੰ ਸਿੱਖਾਂ ਦਾ ਮੋਰਚਾ ਬਣਾਇਆ ਜਾਵੇ ਜੀ, ਹਿੰਦੂਆਂ ਨੂੰ ਇਹਨਾਂ ਤੋਂ ਪਰਾਂ ਕੀਤਾ ਜਾਵੇ ਜੀ। ਇਧਰੋਂ ਜੋ ਕਾਰਵਾਈਆਂ ਹੋਈਆਂ, ਵਿਰੋਧ ਦੀਆਂ ਕਾਰਵਾਈਆਂ, ਸਿੱਖਾਂ ਨੇ ਕੋਈ ਹਥਿਆਰਬੰਦ ਘੋਲ ਸ਼ੁਰੂ ਨਹੀਂ ਕੀਤਾ ਸੀ ਹਕੂਮਤ ਖਿਲਾਫ ਜੀ। 84 ਤੋਂ ਬਾਅਦ ਤਾਂ ਕੀਤਾ, ਜਿਹਨੂੰ ਆਪਾਂ ਸਿੱਖ ਖਾੜਕੂ ਲਹਿਰ ਕਹਿੰਦੇ ਆ। ਬਿਲਕੁਲ ਖਾਲਿਸਤਾਨ ਦਾ ਐਲਾਨ ਕਰਕੇ ਉਹਨਾਂ ਨੇ ਕੀਤਾ। ਉਸ ਤੋਂ ਪਹਿਲਾਂ ਵਿਰੋਧ ਦੀਆਂ ਕਾਰਵਾਈਆਂ ਸੀ, ਰੈਜ਼ਿਸਟੈਂਸ ਜਿਹਨੂੰ ਆਪਾਂ ਕਹਿ ਦਈਏ। ਜੇ ਤੁਹਾਡੇ ਤੇ ਕੋਈ ਜ਼ੁਲਮ ਕਰਦਾ, ਤੁਹਾਡੇ ਬੰਦਿਆਂ ਨੂੰ ਕੁੱਟਦਾ ਜਾਂ ਕੋਈ ਮਾਰਦਾ, ਉਹਦਾ ਬਦਲਾ ਲੈਣ ਦੀਆਂ ਵਿਅਕਤੀਗਤ ਕਾਰਵਾਈਆਂ ਹੋਈਆਂ ਸੀ ਇਸ ਤਰ੍ਹਾਂ ਦੀਆਂ। ਕੋਈ ਉਦੋਂ ਹਥਿਆਰਬੰਦ ਘੋਲ ਨਹੀਂ ਸੀ ਸਿੱਖਾਂ ਦਾ ਜੀ। ਸੋ ਇਹੀ ਦੀ ਹਾਲਤ ਦੇ ਵਿੱਚ ਇਹ ਮੋਰਚਾ ਸੀ ਜਿਹੜਾ ਹੋਇਆ, ਖਾੜਕੂ ਲਹਿਰ ਚੱਲੀ ਜੀ। ਤੇ ਉਸ ਤੋਂ ਬਾਅਦ ਫਿਰ ਮੁੜ ਕੇ ਇਹ ਦੋਹੇ ਲਹਿਰਾਂ ਦਾ ਟਕਰਾਅ ਵੀ ਅਸਲ ਧਰਮ ਯੁੱਧ ਮੋਰਚੇ ਤੋਂ ਬਾਅਦ ਜ਼ਿਆਦਾ ਪੈਦਾ ਹੋਇਆ, ਸਿੱਖਾਂ ਦਾ ਤੇ ਕਾਮਰੇਡਾਂ ਦਾ, ਜਿਹਨੂੰ ਆਪਾਂ ਕਹਿੰਦੇ ਆ। ਪਹਿਲਾਂ ਤਾਂ ਇਹ ਦੂਜੇ ਇੱਕ ਦੂਜੇ ਨਾਲ ਮੇਲ ਕੀ ਚੱਲਦੇ ਸੀ ਜੀ। ਬਿਲਕੁਲ। ਸੋ ਮਾਲੀ ਸਾਹਿਬ ਇੱਕ ਸਵਾਲ ਹੋਰ, ਕਿਉਂਕਿ ਜੋ 1 ਤੋਂ 6 ਜੂਨ ਹੋਇਆ ਉਹਦੇ ਬਾਰੇ ਬੜੀਆਂ ਮਤਲਬ ਇੰਟਰਵਿਊਜ਼ ਆ ਰਹੀਆਂ। ਇੱਕ ਗੱਲ ਇਹ ਬੜੀ ਉੱਠਦੀ ਹੈ, ਕਿਉਂਕਿ ਤੁਸੀਂ ਲੌਂਗੋਵਾਲ ਸਾਹਿਬ ਦੇ, ਟੌੜਾ ਸਾਹਿਬ ਦੇ ਬੜਾ ਕਰੀਬ ਰਹੇ ਹੋ, ਤਾਂ ਜ਼ਾਹਿਰ ਜੀ ਗੱਲ ਹੈ ਲੌਂਗੋਵਾਲ ਸਾਹਿਬ ਬਾਰੇ ਵੀ ਜਾਣਦੇ ਹੋ। ਕਿਹਾ ਇਹ ਜਾਂਦਾ ਹੈ ਕਿ ਜਦੋਂ ਇੰਨੀਆਂ ਗੱਲਾਂ ਹੋ ਰਹੀਆਂ ਸੀ, ਹਮਲੇ ਹੋ ਰਹੇ ਸੀ, ਸ਼ਹਾਦਤਾਂ ਹੋ ਰਹੀਆਂ ਸੀ,
ਤਾਂ ਕਹਿੰਦੇ ਟੌੜਾ ਸਾਹਿਬ ਤੇ ਲੌਂਗੋਵਾਲ ਸਾਹਿਬ ਆਖਦੇ ਆ ਕਿ ਸਮਝੌਤਾ ਕਰਕੇ ਜੀ ਬਾਹਾਂ ਖੜੀਆਂ ਕਰਕੇ ਆ ਗਏ ਸੀ, ਔਰ ਫਿਰ ਜਾਗੋ ਵਾਲੇ ਜਥੇ ਨੇ ਉਹਨਾਂ ਦੇ ਉੱਪਰ ਉਹ ਵੀ ਇੱਕ ਛੰਦ ਵੀ ਬਣਾਇਆ ਸੀ, ਬੇਹਿੰਮਤੇ ਸੀ ਜਿਨ੍ਹਾਂ ਨੇ ਖੜੀਆਂ ਕੀਤੀਆਂ ਬਾਹਾਂ, ਰਹਿੰਦੀ ਦੁਨੀਆ ਤਾਂ ਹੀ ਰਹਿੰਦਾ ਸੂਰਮਿਆਂ ਦਾ ਨਾਵਾ। ਇਹ ਟੌੜਾ ਸਾਹਿਬ ਤੇ ਲੌਂਗੋਵਾਲ ਸਾਹਿਬ ਦਾ ਜਿਹੜਾ ਸਰੈਂਡਰ ਹੈ ਉਹਦੇ ਪਿੱਛੇ ਦੇ ਕੀ ਕਾਰਨ ਸੀ? ਦੇਖੋ ਇੱਕ ਗੱਲ ਤਾਂ ਬਹੁਤ ਸਾਫ਼ ਆ ਜੀ, ਉਹ ਲੜਾਈ ਉਦੋਂ ਵੀ ਇਹੀ ਸੀ ਵੀ ਲੜਨ ਤੋਂ ਬਾਅਦ ਸਮਝੌਤਾ ਹੋਣਾ ਜੀ। ਸੰਤ ਜਰਨੈਲ ਸਿੰਘ ਦੀ ਕੋਈ ਸਮਝੌਤੇ ਦੇ ਉਸ ਰੂਪ ਚ ਖਿਲਾਫ ਨਹੀਂ ਸੀ ਜੀ, ਤੁਸੀਂ ਉਹਨਾਂ ਦੇ ਸਪੀਚਾਂ ਸੁਣੋ। ਬਿਲਕੁਲ। ਉਹ ਕਹਿੰਦੇ ਹਿੰਦੁਸਤਾਨ ਨਾਲ ਰਹਿਣਾ ਚਾਹੁੰਦੇ ਆ, ਬਿਲਕੁਲ ਬਰਾਬਰ ਦੇ ਭਾਈ ਬਣ ਕੇ ਰਹਿਣਾ ਚਾਹੁੰਦੇ ਆ, ਜੀ। ਗੁਲਾਮ ਹੋ ਕੇ ਨਹੀਂ ਰਹਿਣਾ ਚਾਹੁੰਦੇ। ਬਿਲਕੁਲ। ਖਾਲਿਸਤਾਨ ਅਸੀਂ ਮੰਗਦੇ ਨਹੀਂ। ਬਿਲਕੁਲ। ਜੇ ਸਾਨੂੰ ਇਹ ਖਾਲਿਸਤਾਨ ਦੇਣਾ ਚਾਹੁੰਦੇ ਆ ਅਸੀਂ ਨਾ ਨਹੀਂ ਕਰਾਂਗੇ, ਬਿਲਕੁਲ। ਅਸੀਂ ਸੋਚ ਲਾਂਗੇ ਕੀ ਕਰਨਾ। ਜੀ, ਸਾਨੂੰ ਇਹ ਇਨਸਾਫ ਦੇਣ, ਇਨਸਾਫ ਲੈ ਕੇ ਅਸੀਂ ਲੜਨਾ ਚਾਹੁੰਦੇ ਆ। ਅਨੰਦਪੁਰ ਦੇ ਮਤੇ ਤੋਂ ਅੱਗੇ ਕੋਈ ਗੱਲ ਨਹੀਂ ਕੀਤੀ ਸੀ ਉਹਨਾਂ ਨੇ, ਪਰ ਉਹ ਕਹਿੰਦੇ ਸੀ ਇਦੋਂ ਘੱਟ ਕੋਈ ਸਮਝੌਤਾ ਨਹੀਂ ਕਰਨ ਦੇਵਾਂਗੇ ਜਿਵੇਂ ਪਹਿਲੇ ਸਮਝੌਤੇ ਹੋ ਗਏ ਸੀ। ਜੀ, ਉਹ ਕਹਿੰਦੇ ਸੀ ਮੈਂ ਪਹਿਰੇਦਾਰ ਹਾਂ। ਜੀ, ਉਹ ਧਾਰਾ ਦੀ ਨੁਮਾਇੰਦਗੀ ਕਰਦੇ ਸੀ। ਅਕਾਲੀ ਦਲ ਵਾਲੇ ਸੀ ਜਿਹੜੇ, ਉਹਨੂੰ ਤੁਸੀਂ ਕਹਦੇ, ਉਹ ਕਹਿੰਦੇ ਸੀ ਜੇ ਮਾੜਾ ਮੋਟਾ ਅੱਗੇ ਪਿੱਛੇ ਹਟ ਕੇ ਵੀ ਕਰਨਾ ਪਵੇ ਸਮਝੌਤਾ ਕੀਤਾ ਜਾ ਸਕਦਾ। ਜੀ, ਪਰ ਜੀਵੜੇ ਵੀ ਬਣਾਏ ਗਏ। ਬਿਲਕੁਲ। ਉਦੋਂ ਸੌਹਾਂ ਵੀ ਖਾਧੀਆਂ ਗਈਆਂ, ਪਰ ਜਿਹੜੀ ਇਹ ਧਿਰ ਸੀ ਜਿਹਨੂੰ ਅਕਾਲੀ ਦਲ ਵਾਲੀ ਧਿਰ ਕਹਿੰਦੀ, ਇਹ ਹਥਿਆਰਬੰਦ ਲੜਾਈ ਦੀ ਹਾਮੀ ਨਹੀਂ ਸੀ। ਜੀ, ਜਥੇਦਾਰ ਟੌੜਾ ਦੀ ਆਖਰੀ ਮੁਲਾਕਾਤ ਆ ਜਿਹੜੀ, ਉਹ ਕਹਿੰਦੇ ਸੀ ਸੰਤ ਜੀ ਨੂੰ ਮੈਂ ਮਿਲਣ ਗਿਆ ਵੀ ਸੰਤ ਜੀ ਤੁਸੀਂ ਐਂ ਕਰੋ, ਵੱਡਾ ਹੋਣਾ ਕੰਮ, ਲੜਾਈ ਹੋਣੀ ਆ, ਵੀ ਤੁਸੀਂ ਕਿਸੇ ਤਰੀਕੇ ਨਾਲ ਬਚ ਜਾਓ, ਤੁਸੀਂ ਮੁੜ ਕੇ ਸੰਘਰਸ਼ ਸ਼ੁਰੂ ਕਰਨਾ ਹੋਊ। ਜੀ, ਸੰਤ ਉਹਨਾਂ ਨੂੰ ਕਹਿੰਦੇ ਮੈਂ ਨਹੀਂ, ਮੇਰੇ ਬਾਰੇ ਤਾਂ ਹੁਣ ਤੁਹਾਨੂੰ ਪਤੀ ਆ ਟੌੜਾ ਸਾਹਿਬ ਜੀ, ਇੱਥੇ ਤਾਂ ਹੁਣ ਸਿਰ ਦਿੱਤੇ ਆਵਾਜ਼ ਨਹੀਂ ਮਤਲਬ ਸਿੱਖੀ ਬਚਦੀ, ਇੱਥੇ ਤਾਂ ਸਿਰ ਦਿੱਤੇ ਜਾਣਗੇ। ਤੁਸੀਂ ਚਲੇ ਜਾਓ ਪਾਕਿਸਤਾਨ, ਤੁਹਾਨੂੰ ਜਾਣ ਦਾ ਪ੍ਰਬੰਧ ਮੈਂ ਕਰ ਦਿੰਦਾ, ਤੁਸੀਂ ਬਾਹਰ ਜਾ ਕੇ ਮੋਰਚਾ ਚਲਾਇਓ। ਜੀ, ਪ੍ਰਧਾਨ ਸਾਹਿਬ ਕਹਿੰਦੇ ਮੈਂ ਕਿਹਾ ਮੇਰਾ ਹਾਲ ਤਾਂ ਜਗਜੀਤ ਸਿੰਘ ਚੌਹਾਨ ਵਰਗਾ ਹੋ ਜੂ, ਮੇਰੇ ਕਹੇ ਤੇ ਕਿਹੜਾ ਖਾਲਿਸਤਾਨ ਖਾਤਰ ਲੜੂ, ਤੁਹਾਡੀ ਤਾਂ ਕੋਈ ਗੱਲ ਸੁਣਦਾ। ਬਿਲਕੁਲ। ਤੇ ਕਹਿੰਦੇ ਮੈਂ ਕਿਹਾ ਠੀਕ ਆ, ਜੇ ਤੁਸੀਂ ਮੇਰੀ ਨਹੀਂ ਗੱਲ ਮੰਨਣੀ ਤਾਂ ਫਿਰ ਮੈਂ 5 ਪਿਆਰੇ ਲੈ ਕੇ ਆਉਣਾ। ਜੀ, ਕਹਿੰਦੇ ਮੈਂ ਤੁਰਨ ਲੱਗਿਆ ਮੇਰੀ ਬਾਹ ਫੜ ਲਈ। ਜੀ, ਕਹਿੰਦੇ ਨਾ ਪ੍ਰਧਾਨ ਜੀ ਆਹ ਗੱਲ ਨਾ ਕਰਿਓ, ਆਹ ਗੱਲ ਨਾ ਕਰਿਓ ਤੁਸੀਂ। ਯਾਨੀ ਉਸ ਵੇਲੇ ਵੀ ਇਹ ਗੱਲਾਂ ਹੋਈਆਂ ਨੇ। ਹੁਣ ਹੱਥ ਖੜੇ ਕੀਤੇ, ਦੇਖੋ ਇੱਕ ਧਿਰ ਤਾਂ ਉੱਥੇ ਲੜਨ ਮਰਨ ਵਾਲੀ ਸੀ। ਬਿਲਕੁਲ। ਦੂਜੀ ਧਿਰ ਸੀ ਜਿਹੜੀ ਉਹਨੇ ਗ੍ਰਿਫਤਾਰ ਹੋਣਾ ਸੀ, ਗ੍ਰਿਫਤਾਰ ਕਰ ਲਏ, ਕਿਹੜੇ ਤਰੀਕੇ ਨਾਲ ਹੋਏ ਉਹ ਇਸ ਰੂਪ ਤੇ ਤਿਆਰ ਨਹੀਂ ਸੀ, ਨਾ ਉਹਨਾਂ ਦੀ ਸਿਹਤ ਸੀ। ਜੀ, ਟੌੜਾ ਸਾਹਿਬ ਇਹਦੀ ਮੈਂ ਮੌਕੇ ਦਾ ਗਵਾਹ ਤਾਂ ਮੈਂ ਹਾਂ ਨਹੀਂ ਜੀ। ਬਿਲਕੁਲ। ਉੱਥੇ ਕੁਝ ਫੈਡਰੇਸ਼ਨ ਵਾਲੇ ਆਗੂ, ਹਰਮੰਦਰ ਸੰਧੂ, ਰਜਿੰਦਰ ਮਹਿਤਾ, ਹੋਰ ਫੈਡਰੇਸ਼ਨ ਵਾਲੇ ਆਗੂ ਉੱਥੇ ਹੈਗੇ ਸੀ। ਜੀ, ਟੌੜਾ ਸਾਹਿਬ ਕਹਿੰਦੇ ਵੀ ਅਸੀਂ ਜਿਹੜਾ ਆਤਮ ਸਮਰਪਣ ਕੀਤਾ, ਆਤਮ ਸਮਰਪਣ ਉਹ ਕਰਦਾ ਹੁੰਦਾ ਜਿਹੜਾ ਲੜਾਈ ਲੜੇ। ਬਿਲਕੁਲ। ਸਾਨੂੰ ਤਾਂ ਉਹਨਾਂ ਨੇ ਕੈਪਚਰ ਕੀਤਾ, ਫੜਿਆ, ਨਾ ਉਹਨਾਂ ਨੇ ਸਾਨੂੰ ਹੱਥ ਖੜੇ ਕਰਨ ਖਾਤਰ ਕਿਹਾ। ਬਿਲਕੁਲ। ਨਾ ਅਸੀਂ ਹੱਥ ਖੜੇ ਕੀਤੇ। ਜੀ, ਮੈਂ ਫੈਡਰੇਸ਼ਨ ਵਾਲੇ ਮੁੰਡੇ ਸੀ ਜਿਹੜੇ ਖਾੜਕੂ ਸੀ, ਮੈਂ ਇਹ ਕਹਿ ਕੇ ਵੀ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਆਪਦੇ ਨਾਲ ਉਹਨਾਂ ਨੂੰ ਬਾਹਰ ਲੈ ਆਇਆ। ਜੀ, ਸੋ ਇਸ ਕਰਕੇ ਹੱਥ ਖੜੇ ਕਰਦੇ। ਉਹ ਜਦੋਂ ਫਿਰ ਲੜਾਈ ਪੈ ਜਾਂਦੀ ਹੈ ਨਾ ਜੀ, ਫਿਰ ਇਸ ਤਰ੍ਹਾਂ ਦੀ ਟਰਮੀਨੋਲੋਜੀ ਆ, ਸ਼ਬਦਾਵਲੀ ਆ ਜਿਹੜੀ ਉਹ ਵਿਰੋਧਾਂ ਚ ਬਹੁਤ ਕੁਝ ਕਿਹਾ ਗਿਆ। ਬਿਲਕੁਲ। ਉਹਨਾਂ ਵੇਲਿਆਂ ਚ ਇਹ ਵੀ ਕਿਹਾ ਲੌਂਗੋਵਾਲ ਦੀ ਲੁੰਗ ਝਾੜਤੀ ਸ਼ੇਰਪੁਰ ਵਿੱਚ ਸ਼ੇਰਾਂ ਨੇ। ਬਿਲਕੁਲ। ਇਹੋ ਜਿਹੇ ਬਹੁਤ ਗੀਤ ਚੱਲੇ। ਇਹ ਦੋਹਾਂ ਧਿਰਾਂ ਦਾ ਫਰਕ ਹੈਗਾ ਸੀ। ਜੀ, ਪਰ ਟੌੜਾ ਸਾਹਿਬ ਹਮੇਸ਼ਾ ਜਿਹੜੀ ਦੂਜੀ ਧਿਰ ਸੀ ਉਹਦੇ ਨਾਲ ਹਮੇਸ਼ਾ ਤਾਲਮੇਲ ਚ ਰਹਿੰਦੇ ਰਹੇ, ਉਸ ਵੇਲੇ ਵੀ ਰਹਿੰਦੇ ਰਹੇ ਤੇ ਬਾਅਦ ਦੇ ਵਿੱਚ ਖਾੜਕੂ ਦੌਰ ਦੌਰਾਨ ਵੀ ਰਹਿੰਦੇ ਰਹੇ। ਜੀ, ਅੱਛਾ ਮਾਲੀ ਸਾਹਿਬ, ਇੱਕ ਚੀਜ਼ ਹੋਰ ਬੜੀ ਹੈਰਾਨੀ ਵਾਲੀ ਹੈ। ਇੱਕ ਖੇਮਾ ਇੰਦਰਾ ਗਾਂਧੀ ਨੂੰ ਇਹ ਕਹਿ ਕੇ ਜਸਟੀਫਾਈ ਕਰਦਾ ਹੈ ਕਿ ਉਹ ਤਾਂ ਜੀ ਹੱਕ ਦੇ ਵਿੱਚ ਨਹੀਂ ਸੀ, ਕੁਝ ਬੀਜੇਪੀ ਵਾਲਿਆਂ ਨੇ ਭੜਕਾਇਆ ਤੇ ਕਹਿੰਦੇ ਸਭ ਤੋਂ ਵੱਧ ਤਾਂ ਲੌਂਗੋਵਾਲ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਸਭ ਤੋਂ ਵੱਧ ਚਿੱਠੀਆਂ ਇਹ ਲਿਖਦੇ ਸੀ ਕਿ ਸਾਨੂੰ ਤਾਂ ਜੀ ਭਿੰਡਰਾਵਾਲਾ ਜੀ ਤੰਗ ਕਰਦਾ ਜੀ, ਇਹ ਤਾਂ ਪੰਜਾਬ ਨੂੰ ਲੈ ਜਾਊਗਾ ਜੀ। ਤੇ ਕਹਿੰਦੇ ਉਧਰੋਂ ਰਸ਼ੀਆ ਵੀ ਪੱਬਾਂ ਭਾਰ ਸੀ। ਲੌਂਗੋਵਾਲ ਤੇ ਜਿਹੜਾ ਬਾਦਲ ਪਰਿਵਾਰ ਹੈ ਇਹਦਾ ਕੀ ਸੱਚ ਸੀ? ਤੇ ਜੇ ਇਹ ਤਾਂ ਮੰਨਿਆ ਵੀ ਜਾ ਸਕਦਾ ਕਿ ਚਲੋ ਇਹਨਾਂ ਨੂੰ ਸਿਆਸਤ ਦਾ ਲਾਲਚ ਸੀ, ਜਿਹੜਾ ਰਸ਼ੀਆ ਦਾ ਨਾਮ ਆਉਂਦਾ, ਰਸ਼ੀਆ ਨੂੰ ਕੀ ਲਾਲਚ ਸੀ ਪੰਜਾਬ ਦੇ ਵਿੱਚ ਅਟੈਕ ਕਰਵਾ ਕੇ? 3 ਨਾਮ ਲੈ ਕੇ ਇੰਦਰਾ ਗਾਂਧੀ ਨੂੰ ਕਿਤੇ ਨਾ ਕਿਤੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਤਾਂ ਜੀ ਰਾਜੀ ਨਹੀਂ ਸੀ, ਉਹ ਤਾਂ 1 ਜੂਨ ਨੂੰ ਵੀ ਬੜੀ ਘਾਬਰ ਗਈ ਸੀ ਕਿ ਮੇਰੇ ਤੋਂ ਗਲਤ ਹੋ ਗਿਆ। ਨਹੀਂ, ਇਸ ਮਾਮਲੇ ਦੇ ਵਿੱਚ ਦੇਖੋ ਇੱਕ ਭਾਰਤੀ ਸਟੇਟ ਆ, ਉਹਦੀਆਂ ਹਮਾਇਤੀ ਧਿਰਾਂ ਨੇ। ਜੀ, ਇੱਕ ਸਿੱਖ ਸੰਘਰਸ਼ ਲੜ ਰਹੇ ਨੇ, ਉਹਨਾਂ ਨਾਲ ਹਮਦਰਦੀ ਵਾਲੀਆਂ ਧਿਰਾਂ ਨੇ। ਜੀ, ਸਾਰਿਆਂ ਦੇ ਅੱਡ-ਅੱਡ ਤਰ੍ਹਾਂ ਦੇ ਪ੍ਰਤੀਕਰਮ ਹੁੰਦੇ ਨੇ। ਜੀ, ਕਿਉਂਕਿ ਜਦੋਂ ਇੰਦਰਾ ਗਾਂਧੀ ਨੇ ਲੜਾਈ ਉਹ ਸਿੱਖਾਂ ਦੇ ਨਾਲ ਬਣਾ ਲਈ। ਜੀ, ਸਿੱਖਾਂ ਨੂੰ ਦੇਸ਼ ਦੇ ਦੁਸ਼ਮਣ ਤੋੜਨ ਵਾਲੇ
ਜਦੋਂ ਇੱਕ ਰੈਲੀ ਕਰਦੀ ਸੀ ਉਹ ਕਸ਼ਮੀਰ, ਦੂਜੀ ਕਰਦੀ ਸੀ ਆ ਕੇ ਪਠਾਨਕੋਟ। ਜੀ ਲੜਾਈ ਤਾਂ ਉਹਨੇ ਮਿਥ ਲਈ ਸੀ ਵੀ ਸਿੱਖਾਂ ਦੇ ਨਾਲੇ ਫੈਸਲਾ ਕੋਈ ਲੜਾਈ ਲੜਨੀ ਆ ਜੀ। ਇਹ ਜਦੋਂ ਇਹ ਹੋਵੇ ਵਿਚਲੀ ਸਮਝੌਤੇ ਵੀ ਹੁੰਦੇ ਨੇ, ਗੱਲਾਂ ਬਾਤਾਂ ਵੀ ਹੁੰਦੀਆਂ ਨੇ। ਹੁਣ ਟੋੜਾ ਸਾਹਿਬ ਦੱਸਦੇ ਸੀ ਜਿਹੜੀ ਸਾਡੀ ਲਾਸਟ ਮੀਟਿੰਗ ਹੋਈ ਆ, ਕਹਿੰਦੇ ਉਹਦੇ ਵਿੱਚ ਮੈਂ ਕਿਹਾ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕਰੋਗੇ ਜੀ। ਰਾਜੀਵ ਗਾਂਧੀ ਨੇ 2 ਵਾਰ ਮੇਜ਼ ਤੇ ਹੱਥ ਮਾਰ ਕੇ ਕਿਹਾ ਇੱਧਰਲੀ ਦੁਨੀਆ ਐ ਹੋ ਸਕਦੀ ਆ, ਸੂਰਜ ਉਧਰੋਂ ਐ ਚੜ ਸਕਦਾ, ਦਰਬਾਰ ਸਾਹਿਬ ਤੇ ਅਸੀਂ ਕਦੇ ਵੀ ਹਮਲਾ ਨਹੀਂ ਕਰਾਂਗੇ। ਅਫਸਰਾਂ ਤੇ ਅਕਾਲੀ ਆਗੂਆਂ ਦੇ ਸਾਹਮਣੇ ਕਿਹਾ ਜੀ। ਪਰ ਕਿਉਂਕਿ ਟੋੜਾ ਸਾਹਿਬ ਨੂੰ ਦਿਸ ਰਿਹਾ ਸੀ ਵੀ ਟਕਰਾ ਕਿੱਧਰ ਨੂੰ ਜਾ ਰਿਹਾ, ਜਿੰਨਾ ਉਹਨਾਂ ਦਾ ਵਿਜ਼ਨ ਸੀ ਵੀ ਤੁਸੀਂ ਜਾ ਉਧਰ ਨੂੰ ਰਹੇ ਹੋ। ਬਿਲਕੁਲ ਇਸੇ ਸਮੇਂ ਦੌਰਾਨ ਪਾਰਲੀਮੈਂਟ ਚ ਤਕਰੀਰ ਆ ਜਿੱਥੇ ਵਾਜਪਾਈ ਨੇ ਹੋਰਾਂ ਨੇ ਕਿਹਾ ਵੀ ਤੁਸੀਂ ਮੁਕਤ ਕਰਾਓ ਦਰਬਾਰ ਸਾਹਿਬ ਨੂੰ, ਹਮਲਾ ਕਰੋ ਜੀ। ਇੰਦਰਾ ਗਾਂਧੀ ਨੇ ਕਿਹਾ ਹਮਲਾ ਤਾਂ ਕੀਤਾ ਜਾ ਸਕਦਾ ਜੀ, ਇਹ ਕੋਈ ਏਡੀ ਵਾਲੀ ਵੱਡੀ ਗੱਲ ਨਹੀਂ ਹੈ, ਪਰ ਇਸ ਹਮਲੇ ਦੀਆਂ ਅਰਥ ਸੰਭਾਵਨਾਵਾਂ ਕੀ ਨੇ ਉਹ ਬਹੁਤ ਲੰਬੇ ਸਾਲਾਂ ਤੱਕ ਚੱਲਣਗੀਆਂ। ਏਡੀ ਸੌਖੀ ਗੱਲ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ। ਬਿਲਕੁਲ। ਫਿਰ ਮਾਈ ਕੰਟਰੀ ਮਾਈ ਲਾਈਫ ਚ ਅਡਵਾਨੀ ਨੇ ਕਿਹਾ ਜੀ ਵੀ ਇੰਦਰਾ ਗਾਂਧੀ ਲਮਕਾ ਰਹੀ ਸੀ ਗੱਲ ਨੂੰ, ਅਸੀਂ ਦਬਾਅ ਪਾਇਆ। ਚੌਧਰੀ ਚਰਨ ਸਿੰਘ ਅਡਵਾਨੀ ਵਾਜਪਾਈ ਨੇ ਉੱਥੇ ਮੁਜ਼ਾਹਰਾ ਕੱਢਿਆ ਜੀ ਵੀ ਪੰਜਾਬ ਨੂੰ ਫੌਜ ਦੇ ਹਵਾਲੇ ਕਰੋ ਜੀ। ਅੱਡ-ਅੱਡ ਤਾਕਤਾਂ ਦਾ ਅੱਡ-ਅੱਡ ਮੌਕੇ ਅੱਡ-ਅੱਡ ਤਰ੍ਹਾਂ ਦਾ ਪ੍ਰਤੀਕਰਮ ਆਉਂਦਾ ਰਿਹਾ, ਪਰ ਸਮੁੱਚੇ ਤੌਰ ਤੇ ਉਹਨਾਂ ਨੇ ਫੈਸਲਾ ਕਰ ਲਿਆ ਸੀ ਵੀ ਸਿੱਖਾਂ ਨੂੰ ਸਬਕ ਸਿਖਾਉਣਾ ਜੀ। ਇਹਨਾਂ ਨੂੰ ਜਿਹੜੇ ਰਾਹ ਤੁਰ ਪਏ ਵੱਧ ਅਧਿਕਾਰਾਂ ਵਾਲੀ ਗੱਲ ਪਾਸੇ, ਫੈਡਰਲਿਜ਼ਮ ਦੇ ਪਾਸੇ, ਇਹ ਸਾਨੂੰ ਪੁੱਗਦਾ ਨਹੀਂ, ਅਸੀਂ ਹੋਣ ਨਹੀਂ ਦੇਣਾ। ਤੇ ਫਿਰ ਉਹਨਾਂ ਨੇ ਰਾਸ਼ਟਰਵਾਦ ਉਭਾਰਿਆ, ਹਿੰਦੂ ਰਾਸ਼ਟਰਵਾਦ, ਸਿੱਖਾਂ ਨੂੰ ਦੁਸ਼ਮਣ ਖੜੇ ਕਰਕੇ। ਫਿਰ ਜੋ ਹੋਇਆ ਤੁਹਾਨੂੰ ਪਤਾ ਕਿ ਅੱਜ ਜਿਹੜਾ ਪੁਲਵਾਮਾ ਤੇ ਬਾਲਾਕੋਟ ਦੇ ਆਸਰੇ 303 ਸੀਟਾਂ ਜਿੱਤੇ ਮੋਦੀ, ਤੇ ਰਾਜੀਵ ਗਾਂਧੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਤੋਂ ਬਾਅਦ ਨਵੰਬਰ ਦੇ ਵਿੱਚ ਸਿੱਖਾਂ ਦੀ ਹਜ਼ਾਰਾਂ ਦੀ ਨਸ਼ਰਕੁਸ਼ੀ ਕਰਨ ਤੋਂ ਬਾਅਦ 404 ਸੀਟਾਂ ਸ਼ਾਇਦ ਆਪ ਜਿਹਦੇ ਹਮੈਤੀ 440 ਤੱਕ ਸੀਟਾਂ ਜਿੱਤ ਕੇ ਆਏ ਸੀ ਜੀ। ਹਾਂ ਤੁਸੀਂ ਅੰਦਾਜ਼ਾ ਲਾਓ ਉਸ ਵੇਲੇ ਕਿਹਾ ਜਾਊ। ਇਹਦੇ ਵਿੱਚ ਰਸ਼ੀਆ ਦਾ ਕੀ ਰੋਲ ਸੀਗਾ ਜੀ? ਉਹਨੂੰ ਕੀ ਲਾਲਚ ਸੀ? ਰਸ਼ੀਆ ਦਾ ਨਾਮ ਬੜਾ ਭਾਰਿਆ ਜਾਂਦਾ ਕਿ ਰਸ਼ੀਆ ਦੀ ਹਮਾਇਤ ਸੀ ਜੀ। ਇਹ ਪੁਆਇੰਟ ਮੈਂ ਕਵਰ, ਕਿਉਂਕਿ ਉਸ ਮੌਕੇ ਇਹਦੀਆਂ ਫਿਰ ਕੌਮਾਂਤਰੀ ਇੰਪਲੀਕੇਸ਼ਨ ਸੀ। ਸਿੱਖ ਸੀ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸੀ, ਉਦੋਂ ਹਮਾਇਤ ਦੇ ਵਿੱਚ ਵੀ ਬੋਲ ਰਹੇ ਸੀ। ਇਸ ਕਰਕੇ ਬਾਹਰਲੀਆਂ ਦੇਸ਼ਾਂ ਨੂੰ ਕਾਨਫੀਡੈਂਸ ਚ ਬਾਹਰਲੇ ਸਰਕਾਰਾਂ ਨੂੰ ਲੈਣਾ ਉਹ ਬਹੁਤ ਜ਼ਰੂਰੀ ਸੀ। ਜਿਹਦੇ ਖਾਤਰ ਤੁਸੀਂ ਦੇਖੋ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਸਵਾਲ ਉੱਠੇ, ਉਹ ਦਸਤਾਵੇਜ਼ ਸੀ ਜਦੋਂ ਜਨਤਕ ਹੋਏ ਵੀ ਜਿਹੜੀ ਇੰਗਲੈਂਡ ਦੀ ਮਹਾਰਾਣੀ ਆ ਜਾਂ ਉੱਥੋਂ ਦੀਆਂ ਏਜੰਸੀਆਂ ਨੇ ਕੋਲੈਬੋਰੇਸ਼ਨ ਕੀਤਾ ਇੰਦਰਾ ਗਾਂਧੀ ਨਾਲ, ਇਸ ਹਮਲੇ ਚ ਕਿਵੇਂ ਉਹ ਸਹਾਇਤਾ ਕਰ ਸਕਦੇ ਆ। ਰੂਸ ਦੇ ਨਾਲ ਤਾਂ ਇਹਨਾਂ ਦੀ ਇੰਨੀ ਸਾਂਝ ਸੀ, ਤੈਨੂੰ ਤਾਪ ਚੜੇ ਮੈਂ ਹੂੰਗਾ, ਜੇ ਇਹਦੀਆਂ ਇੰਪਲੀਕੇਸ਼ਨ ਆਉਂਦੀਆਂ ਨੇ ਤਾਂ ਉਹਨਾਂ ਨੂੰ ਕਾਨਫੀਡੈਂਸ ਚ ਵੀ ਲਿਆ ਤੇ ਉਹਨਾਂ ਦੀ ਸਹਾਇਤਾ ਵੀ ਲਈ ਜੀ, ਕਿਉਂਕਿ ਦੇਸ਼ਾਂ ਦੇ ਉਦੋਂ ਗੁੱਟ ਬਣੇ ਹੋਏ ਸੀ ਨਾ ਜੀ। ਮੈਂ ਤੁਹਾਨੂੰ ਇੱਕ ਹੋਰ ਦਿਲਚਸਪ ਗੱਲ ਦੱਸਦਾ। ਬਿਲਕੁਲ। ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਣਾ, ਜਿਹੜਾ ਚਿੱਠੀਆਂ ਕਹਿੰਦੇ ਉਹਨਾਂ ਦੀ, ਇਹ ਤਾਂ ਜਾਲੀ ਚਿੱਠੀਆਂ ਨੇ, ਇਹ ਤਾਂ ਬਾਅਦ ਚ ਏਜੰਸੀਆਂ ਦੀ ਕ੍ਰੀਏਸ਼ਨ ਕੀਤੀ ਹੋਈ ਆ ਅਕਾਲੀਆਂ ਚ ਫੁੱਟ ਪਾਉਣ ਲਈ, ਬਦਨਾਮ ਕਰਨ ਲਈ। ਇਹ ਕੋਈ ਚਿੱਠੀ ਆ ਜਿਹੜੀ ਅਸਲੀ ਹੈ ਨਹੀਂ ਜੀ, ਤੇ ਨਾ ਕੋਈ ਦੁਨੀਆ ਨੂੰ ਪਤਾ, ਨਾ ਕੋਈ ਐ ਚਿੱਠੀਆਂ ਲਿਖਦਾ ਹੁੰਦਾ ਜੀ। ਲੈਟਰ ਪੈਡ ਕਿਸੇ ਦਾ, ਫੋਨ ਨੰਬਰ ਕਿਸੇ ਦਾ, ਕਿਤੇ ਉਹ ਅੰਗਰੇਜ਼ੀ ਚ, ਕਿਤੇ ਉਹ ਪੰਜਾਬੀ ਚ। ਗੁਰਚਰਨ ਸਿੰਘ, ਕੱਲਾ ਗੁਰਚਰਨ ਸਿੰਘ ਲਿਖਿਆ ਹੋਇਆ, ਟੌੜਾ ਨਾਲ ਹੀ ਨਹੀਂ। ਜਦੋਂ ਗੁਰਚਰਨ ਸਿੰਘ ਟੌੜੇ ਤੋਂ ਬਿਨਾਂ ਕਦੇ ਉਹਨੇ ਦਸਤਖਤ ਨਹੀਂ ਕੀਤੇ ਜੀ। ਪਰ ਇੱਕ ਗੱਲ ਪੱਕਿਆ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਲੱਗ ਗਿਆ ਸੀ ਵੀ ਹੁਣ ਫੌਜੀ ਹਮਲਾ ਹੋਣਾ ਜੀ। ਹੁਣ ਤੁਸੀਂ ਕਹੋਗੇ ਕਿਵੇਂ ਜੀ? ਪਹਿਲੀ ਤਰੀਕ ਨੂੰ ਜਦੋਂ ਸੀਆਰਪੀ ਨੇ ਹਮਲਾ ਕੀਤਾ, ਉਹਨਾਂ ਨੇ ਪੋਜੀਸ਼ਨਿੰਗ ਦੇਖੀ ਆ ਵੀ ਕੀ ਕਿਵੇਂ, ਕਿੱਥੋਂ ਵਿਰੋਧ ਕਿਵੇਂ ਹੁੰਦਾ ਜੀ। ਇਧਰੋਂ ਚੁੱਪ ਰਹੇ, ਕੁਝ ਬੰਦੇ ਮਾਰੇ ਗਏ। ਸੰਤ ਲੌਂਗੋਵਾਲ ਨੇ ਐਮਰਜੈਂਸੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਦਰਬਾਰ ਸਾਹਿਬ ਜੀ, ਅਕਾਲੀ ਦਲ ਦੀ ਜੀ। ਟੋੜਾ ਸਾਹਿਬ ਨੂੰ ਬੁਖਾਰ ਚੜਿਆ ਹੋਇਆ ਸੀ, ਉਹ ਆਨੰਦਪੁਰ ਸਾਹਿਬ ਗਏ। ਆਨੰਦਪੁਰ ਸਾਹਿਬ ਉਹਨਾਂ ਨੇ ਕਿਸੇ ਨੂੰ ਮਿਲਣਾ ਸੀ, ਕੋਈ ਭਾਈ ਰਣਜੀਤ ਸਿੰਘ ਦੇ ਕੇਸ ਚ ਗਵਾਹ ਸੀ, ਉਹਨੂੰ ਸਮਝਾਉਣਾ ਸੀ ਵੀ ਭਾਈ ਇਹ ਨਹੀਂ ਕਰਨਾ ਜੀ। ਉੱਥੇ ਉਹਨੂੰ ਮਿਲ ਕੇ ਕਰਕੇ ਉੱਥੋਂ ਸਿੱਧੇ ਉਹ ਤਾਂ ਪਹੁੰਚ ਗਏ ਜੀ ਦਰਬਾਰ ਸਾਹਿਬ ਜੀ। ਉਹਨਾਂ ਨੇ ਜਾ ਕੇ ਦੇਖਿਆ ਵੀ ਬਾਦਲ ਸਾਹਿਬ ਤੇ ਉਹਨਾਂ ਦੇ ਵੱਡੇ ਹਮਾਇਤੀ ਹੈ ਨਹੀਂ ਜੀ। ਫੋਨ ਉਦੋਂ ਇਹੋ ਜਿਹੇ ਹੁੰਦੇ ਸੀ ਵੀ ਕੋਸ਼ਿਸ਼ ਕਰੋ ਗੱਲ ਕਰਨ ਦੀ, ਕਿਉਂ ਨਹੀਂ ਆਏ? ਜਿਹੜੇ ਇੱਕ ਅੱਧੇ ਉਹਨਾਂ ਦੇ ਆਏ, ਉਹਨਾਂ ਨੇ ਕਿਸੇ ਨੂੰ ਪੁੱਛਿਆ, ਉਹ ਕਹਿੰਦੇ ਜੀ ਬਾਦਲ ਸਾਹਿਬ ਕਹਿੰਦੇ ਨੇ ਹੁਣ ਮੀਟਿੰਗ ਦਾ ਕੀ ਫਾਇਦਾ ਜੀ, ਹੁਣ ਕਿਹੜਾ ਕੁਝ ਹੋਣਾ। ਆਪਣੇ ਇਲਾਕੇ ਚ ਸਮਾਗਮਾਂ ਚ ਤੁਰਦੇ ਰਹੇ, ਉੱਥੇ ਉਹ ਨਹੀਂ ਗਏ। ਤੇ ਜਿੰਨਿਆਂ ਨੇ ਬਾਦਲ ਸਾਹਿਬ ਨੂੰ ਪੁੱਛਿਆ ਜੀ ਆ ਰਹੇ ਹੋ ਮੀਟਿੰਗ ਚ ਆਉਣਾ, ਕਿਉਂਕਿ ਉਦੋਂ ਧੜੇ ਬਣ ਗਏ ਸੀ, ਟੋੜਾ ਧੜਾ, ਬਾਦਲ ਧੜਾ, ਇੱਕ ਆਪਣਾ ਸੰਤ ਪਿੰਡਰਾਂ ਵਾਲੇ ਪੱਖੀ ਧੜਾ, ਅਕਾਲੀ ਦਲ ਚ ਵੀ ਕਈ ਧੜੇ ਬਣ ਗਏ ਸੀ ਜੀ। ਸੋ ਬਾਦਲ ਧੜਾ ਮੋਸਟਲੀ ਉੱਥੇ ਗਿਆ ਨਹੀਂ ਸੀ, ਇਸ ਕਰਕੇ ਦੂਜੇ ਸਾਰੇ ਘਿਰ ਗਏ। ਬਾਦਲ ਧੜਾ ਦਾ ਕੋਈ ਉਸ ਤਰ੍ਹਾਂ ਦਾ ਬੰਦਾ ਅੰਦਰ ਘਿਰੇ ਹੀ ਨਹੀਂ ਜੀ। ਬਿਲਕੁਲ। ਇਹ ਟੋੜਾ ਸਾਹਿਬ ਕਹਿੰਦੇ ਵੀ ਸਬੂਤ ਮੇਰੇ ਕੋਲੇ ਕੋਈ ਨਹੀਂ, ਪਰ ਅੱਜ ਦੇਖਿਆ ਮੈਨੂੰ ਲੱਗਦਾ ਵੀ ਬਾਦਲ ਸਾਹਿਬ ਨੂੰ
ਜਾਂ ਤਾਂ ਕਿਸੇ ਨੇ ਦੱਸਤਾ ਜਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਹ ਹੋਣ ਜਾ ਰਿਹਾ। ਜੀ ਮਾਲੀ ਸਾਹਿਬ, ਇੱਕ ਨਾ ਹੋਰ ਬੜੀਆਂ ਗੱਲਾਂ ਨੇ, ਕਿਉਂਕਿ ਮੈਂ ਇੱਕ ਹੋਰ ਵੀ ਨਿੱਜੀ ਚੈਨਲ ਤੇ ਸੁਣ ਰਿਹਾ ਸੀ ਜੋ ਅੰਤਰਰਾਸ਼ਟਰੀ, ਉਹ ਕਹਿ ਰਿਹਾ ਸੀ ਕਿ ਪੰਜਾਬ ਦੇ ਵਿੱਚ ਦੋ ਲੋਕਾਂ ਦੀਆਂ ਤਸਵੀਰਾਂ ਸਭ ਤੋਂ ਵੱਧ ਪ੍ਰਚਲਿਤ ਹੋਈਆਂ, ਇੱਕ ਭਗਤ ਸਿੰਘ ਤੇ ਇੱਕ ਜਰਨੈਲ ਸਿੰਘ ਭਿੰਡਰਾਂਵਾਲੇ। ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਬੜੀਆਂ ਗੱਲਾਂ ਜੋੜੀਆਂ ਗਈਆਂ। ਕਿਹਾ ਇਹ ਵੀ ਜਾਂਦਾ, ਕਹਿੰਦੇ ਜੀ ਉਹਨਾਂ ਨੇ ਦਰਬਾਰ ਸਾਹਿਬ ਤੋਂ ਕਹਿੰਦੇ ਸੁਰੰਗ ਜਿਹੜੀ ਸਿੱਧੀ ਪਾਕਿਸਤਾਨ ਕੱਢ ਰੱਖੀ ਸੀ, ਉਹਨਾਂ ਦੇ ਤਾਂ ਜੀ ਹੱਥ ਕਹਿੰਦੇ ਗੋਡਿਆਂ ਤੋਂ ਵੀ ਥੱਲੇ ਜਾਂਦੇ ਸੀ, ਤੇ ਬੜੀਆਂ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਕੁਝ ਸੀਗਾ, ਜਾਂ ਇਹ ਬਾਅਦ ਦੇ ਵਿੱਚ ਮਨੋਕਲਪਨਿਕ ਗੱਲਾਂ ਨੇ ਕਿ ਇੱਕ ਸੁਰੰਗ ਕੱਢੀ ਹੋਈ ਸੀ ਜਿਹੜੀ ਸਿੱਧੀ ਬਾਰਡਰ ਪਾਰ ਪਾਕਿਸਤਾਨ ਨਿਕਲਦੀ ਸੀ? ਨਹੀਂ, ਇਹੀ ਕੋਈ ਗੱਲਾਂ ਨਹੀਂ। ਇਹ ਤਾਂ ਫਿਰ ਜਦੋਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ, ਕਬਜ਼ਾ ਸਰਕਾਰ ਦਾ ਸੀ, ਫਿਰ ਉਹਨਾਂ ਦਾ ਪ੍ਰਚਾਰ ਚੱਲਿਆ, ਸੈਂਸਰਸ਼ਿਪ ਚੱਲੀ ਤਾਂ ਕਿ ਇਹਨੂੰ ਬਦਨਾਮ ਕੀਤਾ ਜਾ ਸਕੇ, ਇੰਨੀਆਂ ਸੁਰੰਗਾਂ ਖੋਦਣੀਆਂ ਕੱਢਣੀਆਂ। ਇਹ ਠੀਕ ਆ, ਪਾਕਿਸਤਾਨ ਨਾਲ ਆਵਾਜਾਈ ਹੁੰਦੀ ਸੀ, ਕੋਈ ਦੋ ਰਾਮਾ ਨਹੀਂ, ਬਾਅਦ ਚ ਵੀ ਹੁੰਦੀ ਰਹੀ ਹੈ। ਫਿਰ ਕੰਡਿਆਲੀ ਤਾਰ ਆ, ਇਹ ਉਦੋਂ ਪਹਿਲਾਂ ਵੀ ਹੁੰਦੀ ਸੀ। ਬਾਕੀ ਜਦੋਂ ਤੁਹਾਡਾ ਕੋਈ ਸੂਰਮਾ ਬਣ ਜੇ, ਤੁਹਾਡਾ ਕੋਈ ਨਾਇਕ ਬਣ ਜੇ ਨਾ, ਕੁਦਰਤੀ ਤੌਰ ਤੇ ਉਹਦੀ ਹਰ ਗੱਲ ਫਿਰ ਤੁਹਾਨੂੰ ਪਸੰਦ ਆਉਣ ਲੱਗ ਜਾਂਦੀ ਹੈ। ਇਹ ਵੀ ਗੱਲ ਠੀਕ ਆ ਵੀ ਸਧਾਰਨ ਨਾਲੋਂ ਉਹਨਾਂ ਦੇ ਹੱਥ ਲੰਮੇ ਸੀ ਜੀ, ਆਮ ਤੌਰ ਤੇ ਠੀਕ ਹੈ, ਤੱਥ ਤੋਂ ਗੱਲ। ਫਿਰ ਤੁਹਾਨੂੰ ਤੁਹਾਡੇ ਨਾਇਕ ਦਾ ਹਾਸਾ ਵੀ ਚੰਗਾ ਲੱਗਦਾ, ਤੁਹਾਨੂੰ ਸਾਰਾ ਕੁਝ ਪਸੰਦ ਆਉਣ ਲੱਗ ਜਾਂਦਾ। ਇਹ ਕੁਦਰਤੀ ਭਾਵਨਾ, ਕਿਉਂਕਿ ਭਗਤ ਸਿੰਘ ਆ ਜਿਹੜਾ ਆਜ਼ਾਦੀ ਤੋਂ ਪਹਿਲਾਂ ਜਿਹੜੀ ਲੜਾਈ ਲੜੀ ਆ ਪੰਜਾਬੀਆਂ ਨੇ, ਕਹਿ ਲਓ ਸਿੱਖਾਂ ਨੇ, ਉਹਨਾਂ ਦਾ ਨਾਇਕ ਸੀ। ਉਸ ਤੋਂ ਬਾਅਦ ਜਿਹੜੀ ਰੈਜ਼ਿਸਟੈਂਸ ਕੀਤੀ ਆ ਜਾਂ ਹਥਿਆਰਬੰਦ ਵਿਰੋਧ ਕੀਤਾ, ਟੱਕਰ ਲਈ ਆ, ਉਹਦਾ ਹੀਰੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ। ਇਸ ਕਰਕੇ ਕਮਿਊਨਿਟੀ ਦੇ ਵਿੱਚ ਉਹਨਾਂ ਦਾ ਸਤਿਕਾਰ ਉਹਨਾਂ ਹੋਣਾ ਹੀ ਹੋਣਾ। ਪਰ ਸਾਡਾ ਤਾਂ ਦੁਖਾਂਤ ਵੱਡਾ ਇਹ ਆ ਨਾ ਜੀ, ਅਸੀਂ ਤਾਂ ਇਹ ਕਹਿੰਦਾ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਉਂਦੀ ਵੈਰੀ ਨੂੰ, ਉਹ ਕਹਿੰਦੇ ਅਸੀਂ ਇਹ ਤਸਵੀਰ ਲੱਗਣ ਨਹੀਂ ਦੇਣੀ। ਗੱਲ ਤਾਂ ਵਿਚਾਰ ਦੀ ਆ। ਜਿਹੜਾ ਸੰਤ ਕਹਿੰਦੇ ਸੀ ਆਨੰਦਪੁਰ ਦੇ ਮਤੇ ਤੋਂ ਘੱਟ ਕੋਈ ਸਮਝੌਤਾ ਨਹੀਂ ਹੋਣ ਦੇਵਾਂਗੇ, ਅਸੀਂ ਵੀ ਉਹ ਲੜਾਈ ਛੱਡਤੀ। ਇੱਕ ਤਾਂ ਖਾਲਿਸਤਾਨ ਦੇ ਨਾਂ ਤੇ ਛੱਡਤੀ, ਦੂਜੀ ਸਰਕਾਰਾਂ ਬਣਾਉਣ ਤੇ ਚਲਾਉਣ ਦੇ ਨਾਂ ਤੇ ਛੱਡਤੀ। ਜੇ ਹਜ਼ਾਰਾਂ ਮੁੰਡੇ ਮਾਰੇ ਗਏ ਇਹ ਕਹਿ ਕੇ ਅਸੀਂ ਸਰਕਾਰਾਂ ਬਣਾਈਆਂ ਵੀ ਜਾਂਚ ਕਰਾਵਾਂਗੇ, ਸਾਰਾ ਭਾਣਾ ਕਿਉਂ ਵਾਪਰਿਆ, ਹਿੰਸਕ ਵਰਤਾਰਾ ਕਿਉਂ ਵਾਪਰਿਆ, ਉੱਚ ਪੱਧਰੀ ਜਾਂਚ ਹੋ, ਦੋਸ਼ੀਆਂ ਨੂੰ ਕਟਹਿਰੇ 'ਚ ਖੜਾਵਾਂਗੇ। ਤੇ ਅਸੀਂ ਉਹਨਾਂ ਦੋਸ਼ੀਆਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ, ਡੀਜੀਪੀ ਤੱਕ ਲਾ ਦਿੱਤੇ, ਪਾਰਟੀਆਂ 'ਚ ਵੱਡੇ ਅਹੁਦੇ ਦੇਤੇ, ਟਿਕਟਾਂ ਦੇਣ ਲੱਗ ਗਏ ਉਹਨਾਂ ਨੂੰ। ਵਿਧਾਨ ਸਭਾ 'ਚ ਜਦੋਂ ਜਿਹੜਾ ਕਾਮਰੇਡਾਂ ਦਾ ਰੌਲਾ ਕਹਿੰਦੇ ਆਪਾਂ, ਕਾਮਰੇਡਾਂ ਦੇ ਵਿਧਾਇਕ ਹਰਦੇਵ ਅਰਸ਼ੀ ਨੇ ਸਵਾਲ ਕੀਤਾ ਵਿਧਾਨ ਸਭਾ 'ਚ, ਬਾਦਲ ਸਾਹਿਬ ਇੱਕ ਆ ਵਾਅਦਾ ਕੀਤਾ ਸੀ, ਇਹ ਕਬਰਾਂ ਵਾਲੀ ਸ਼ਾਂਤੀ ਹੈ ਜਿਹੜੀ ਇਹ ਰਹਿਣੀ ਨਹੀਂ, ਆਹ ਵਾਅਦਾ ਕੀਤਾ ਸੀ ਵੀ ਆਹ ਸਾਹਮਣੇ ਲਿਆਵਾਂਗੇ। ਬਾਦਲ ਸਾਹਿਬ ਨੇ ਵਿਧਾਨ ਸਭਾ 'ਚ ਕਿਹਾ, ਉਹ ਛੱਡੋ ਜੀ, ਬੀਤੇ ਤੇ ਪਾਓ ਮਿੱਟੀ, ਮੁਰਦੇ ਦੱਬੇ ਹੋਏ ਮੁਰਦੇ ਪੱਟ ਕੇ ਸਾਨੂੰ ਕੀ ਮਿਲੂ। ਇੱਕ ਨੇ ਵੀ ਵਿਰੋਧ ਨਹੀਂ ਕੀਤਾ ਉਹਨਾਂ ਦਾ ਵੀ ਬਾਦਲ ਸਾਹਿਬ ਇਹ ਵਾਅਦੇ ਤੇ ਕਿਉਂ ਮੁੱਕਰ ਰਹੇ ਹੋ। ਨਾ ਕਾਂਗਰਸ ਵਾਲਿਆਂ ਨੇ, ਨਾ ਅਕਾਲੀਆਂ ਨੇ, ਨਾ ਕਿਸੇ ਹੋਰ ਨੇ। ਸਟੇਟਮੈਂਟ ਆ ਗਈ, ਸਾਰਿਆਂ ਨੂੰ ਇਹ ਹੋ ਗਿਆ ਵੀ ਚਲੋ ਚੈਪਟਰ ਬੰਦ ਹੋ ਗਿਆ ਜੀ। ਅੱਛਾ ਮਾਲੀ ਸਾਹਿਬ, ਲਾਸਟ 2-3 ਸਵਾਲ ਮੈਂ ਹੁਣ ਪੁੱਛਾਂਗਾ। ਇੱਕ ਸਵਾਲ ਇਹ ਬੜਾ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੀ, ਪੰਜਾਬ ਦੇ ਵਿੱਚ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਜਲਵਾ ਸੀ, ਕਿਉਂਕਿ ਜਿੱਥੇ ਉਹ ਜਾਂਦੇ ਸੀ, ਸਾਡੇ ਪਿੰਡਾਂ ਦੇ ਬਜ਼ੁਰਗ ਵੀ ਦੱਸਦੇ ਕਿ ਉਹਨਾਂ ਦੀ ਕਨਵਿੰਸਿੰਗ ਪਾਵਰ ਇਸ ਤਰ੍ਹਾਂ ਦੀ ਸੀ, ਜਿਹੜਾ ਸੁਣ ਲੈਂਦਾ ਸੀ ਉਹਨਾਂ ਦਾ ਹੋ ਜਾਂਦਾ ਸੀ। ਔਰ ਉਹ 84 ਤੋਂ ਪਹਿਲਾਂ ਹੀ ਹਿੰਟ ਆਪਣੀਆਂ ਸਪੀਚਾਂ ਦੇ ਵਿੱਚ ਦੇਣ ਲੱਗ ਗਏ ਸੀ ਕਿ ਅਟੈਕ ਹੋ ਸਕਦਾ ਹੈ। ਜਦੋਂ ਉਹਨਾਂ ਨੂੰ ਪਤਾ ਸੀ ਕਿ ਅਟੈਕ ਹੋ ਸਕਦਾ ਹੈ, ਇੰਨੀ ਉਹਨਾਂ ਦੀ ਪੋਪੂਲੈਰਿਟੀ ਸੀ, ਉਹਨਾਂ ਦੇ ਪਿੱਛੇ ਲੱਗਣ ਵਾਲਿਆਂ ਦੀ ਕੋਈ ਗਿਣਤੀ ਨਹੀਂ ਸੀ। ਫਿਰ ਜਦੋਂ ਘੇਰਾ ਪੈਂਦਾ ਹੈ ਤਾਂ ਉੱਥੇ ਗਿਣਤੀ ਇੰਨੀ ਥੋੜੀ ਕਿਉਂ ਰਹਿ ਜਾਂਦੀ ਹੈ? ਕਿ ਉਹਨਾਂ ਨੇ ਤਿਆਰੀ ਜਿਹੜੀ ਹੈ ਉਹਦੇ ਵਿੱਚ ਉਹ ਬੰਦੇ ਜਿਹੜੇ ਇੰਨੇ, ਇੱਕ ਪਾਸੇ ਪੂਰਾ ਪੰਜਾਬ ਉਹਨਾਂ ਦੇ ਪਿੱਛੇ ਸੀ, ਪਰ ਜਦੋਂ ਅਟੈਕ ਹੁੰਦਾ ਉਦੋਂ ਬੜੇ ਥੋੜੇ ਬੰਦੇ ਆ ਜਿਹੜੇ ਉਹ ਮਤਲਬ ਉੱਥੇ ਜੂਝਦੇ ਆ। ਇਹ ਕੀ ਕਾਰਨ ਸੀਗਾ? ਕੀ ਇਹ ਸਿਰਫ ਟਕਸਾਲ ਦੇ ਕੁਝ ਲੋਕ ਸੀਗੇ ਉਹਨਾਂ ਨਾਲ, ਜਾਂ ਉਹਨਾਂ ਦੀ ਪੰਜਾਬ ਦੇ ਵਿੱਚ ਜਿਹੜੀ ਉਹ ਇੰਨੀ ਰੈਜ਼ਿਸਟੈਂਸ ਸੀ ਉਹ ਉਸ ਵਕਤ ਦਿਖਾਈ ਕਿਉਂ ਨਹੀਂ ਦਿੰਦੀ? ਦੇਖੋ, ਉੱਥੇ ਉਹਨਾਂ ਨੇ ਰੈਜ਼ਿਸਟੈਂਸ ਤਾਂ ਕਰਨੀ ਸੀ, ਕਰਦੇ ਵੀ ਸੀ ਪਹਿਲਾਂ ਵੀ। ਬਿਲਕੁਲ, ਤੁਸੀਂ ਉਹਨਾਂ ਦੇ ਭਾਸ਼ਣ ਸੁਣੋ, ਭਾਸ਼ਣ ਦੇ ਵਿੱਚ ਉਹ ਇਹੀ ਕਹਿੰਦੇ ਸੀ ਵੀ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਦਾ, ਕਿਸੇ ਦੀ ਧੀ ਭੈਣ ਦੀ ਇੱਜ਼ਤ ਲੁੱਟਦਾ, ਸੋਧਾ ਲਾ ਕੇ ਆ ਜਾਓ, ਮੈਂ ਸਾਂਭੂਗਾ ਜੀ। ਪਰ ਐਡੇ ਵੱਡੇ ਹਮਲੇ ਦੀ ਖਾਤਰ ਉਹਨਾਂ ਨੇ ਇਹ ਨਹੀਂ ਤਿਆਰੀ ਕੀਤੀ ਸੀ ਵੀ ਜਿੰਨੇ ਉੱਥੇ ਹੋਣਗੇ, ਕਿਉਂਕਿ ਨਾਲੇ ਪੁਰਅਮਨ ਮੋਰਚਾ ਚੱਲ ਰਿਹਾ ਸੀ, ਗ੍ਰਿਫਤਾਰੀਆਂ ਚੱਲ ਰਹੀਆਂ ਸੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ। ਮਤਲਬ ਸਾਡੇ ਇਲਾਕੇ ਦੇ ਨਛੱਤਰ ਸਿੰਘ ਭਲਵਾਨ ਸੀ, ਭਲਵਾਨ ਪਿੰਡਾ ਉਹਨਾਂ ਦਾ, ਉਹਨਾਂ ਦੇ ਜਥੇ ਗਿਆ ਹੋਇਆ ਸੀ ਉੱਥੇ, ਜਿਹੜਾ ਉੱਥੇ ਰਹਿائش ਦੇ ਵਿੱਚ ਰਹਿ ਰਿਹਾ ਸੀ, ਜਿਨ੍ਹਾਂ ਨੇ ਗ੍ਰਿਫਤਾਰੀ ਦੇਣੀ ਸੀ। ਦੋਹੇ ਗੱਲਾਂ ਨਾਲ ਨਾਲ ਚੱਲਦੀਆਂ ਸੀ। ਸੰਤਾਂ ਦਾ ਜਿਹੜਾ ਜਥਾ ਸੀ, ਜਿੰਨੇ ਕਹੇ ਸੀ ਉਹਨੇ ਸੀ। ਦੂਜਾ ਫਿਰ ਉਹਨਾਂ ਨੇ ਵਾਰ-ਵਾਰ ਕਿਹਾ ਜਿਹਨੇ ਜਾਣਾ ਜਾ ਸਕਦਾ, ਇੱਥੇ ਉਹ ਰਹੋ ਜਿਹਨੇ ਸਿਰ ਦੇ ਕੇ ਰਹਿਣਾ। ਤੇ ਉਹਨਾਂ ਨੇ ਉਨੀ ਕੁ ਰੈਜ਼ਿਸਟੈਂਸ ਕੀਤੀ, ਉਹਦੇ ਵਿੱਚ ਆਲੇ ਦੁਆਲੇ ਵੀ ਸ਼ਾਮਲ ਹੋਏ ਹੋਣਗੇ ਲੋਕ। ਹੁਣ ਮੈਨੂੰ ਇੰਨੀ ਗਿਣਤੀ ਦਾ ਬੰਦਿਆਂ ਦਾ ਨਹੀਂ ਪਤਾ। ਹਾਂ, ਜਿਹੜੇ ਬੰਦੇ ਕਹਿੰਦੇ ਸੀ ਅਸੀਂ ਕਰਾਂਗੇ, ਉਹਨਾਂ ਦੇ ਵਿੱਚੋਂ ਕਈ ਪਿੱਛੇ ਵੀ ਹਟੇ ਹੋਣੇ।
ਤੇ ਬਾਕੀ ਇਹ ਆ ਵੀ ਉਹਦਾ ਅਸਰ ਕਿੱਡਾ ਵੱਡਾ ਸੀ, ਇਹ ਤਾਂ ਤੁਸੀਂ ਦੇਖ ਲਓ। ਫਿਰ 10 ਸਾਲ ਹਥਿਆਰਬੰਦ ਘੋਲ ਤਾਂ ਚੱਲੀ ਆ ਨਾ। ਬਿਲਕੁਲ, ਇਹ ਆਪਣੇ ਆਪ ਵਿੱਚ ਛੋਟੀ ਗੱਲ ਥੋੜੋ ਆ। ਮੁਲਕ ਦੀ ਪ੍ਰਧਾਨ ਮੰਤਰੀ ਫੁੰਡੀ ਗਈ, ਉਸ ਵੇਲੇ ਫੌਜਾਂ ਦਾ ਮੁਖੀ ਸੀ ਜਿਹੜਾ ਉਹ ਫੁੰਡਿਆ ਗਿਆ, ਬਾਕੀਆਂ ਦਾ ਵੀ ਬਹੁਤ ਨੁਕਸਾਨ ਹੋਇਆ। ਉਸ ਤੋਂ ਬਾਅਦ ਰਿਐਕਸ਼ਨ ਖੁੱਲ ਕੇ ਆਇਆ। ਬਿਲਕੁਲ, ਉਸ ਤੋਂ ਬਾਅਦ ਫਿਰ ਲੰਬਾ ਚੱਲਿਆ। ਸਰਕਾਰ ਆ ਜਿਹੜੀ ਉਹ ਇਸ ਮੋਰਚੇ ਨੂੰ ਹਿੰਸਕ ਮੋੜਾ ਦੇਣਾ ਚਾਹੁੰਦੀ ਸੀ ਜੀ। ਜਿਹੜੇ ਸਿੱਖ ਸੀ ਉਹ ਰਜਿਸਟ ਕਰਦੇ ਸੀ ਵੀ ਇਹ ਹਿੰਸਾ ਦੇ ਨਾਲ ਸਾਨੂੰ ਦਵਾ ਨਾ ਦੇਣ, ਬਦਲਾ ਲਓ ਕਾਰਵਾਈਆਂ ਹੋਈਆਂ। ਕੋਈ ਹਥਿਆਰਬੰਦ ਹਕੂਮਤ ਦੇ ਖਿਲਾਫ ਹਥਿਆਰਬੰਦ ਘੋਲ ਸ਼ੁਰੂ ਕਰਨ ਦੀ ਕੋਈ ਪਲਾਨਿੰਗ ਨਹੀਂ ਸੀ। ਬਿਲਕੁਲ, ਮੁੱਖ ਤੌਰ ਤੇ ਅਮਨਪੂਰਵਕ ਸੀ। ਦੂਜੀ ਨਾਬਰੀ ਦੀ ਪਰੰਪਰਾ ਹੈ ਹੀ ਸੀ ਵੀ ਐਂ ਡਰ ਕੇ ਨਹੀਂ, ਜੇ ਕੋਈ ਤੁਹਾਨੂੰ ਮਾਰਦਾ ਤਾਂ ਆਪਣੇ ਕੋਲੇ ਹਥਿਆਰ ਰੱਖੋ। ਸੰਤ ਸਿੱਧੇ ਸੱਦੇ ਦੇਣ ਲੱਗ ਗਏ ਸੀ ਲੋਕਾਂ ਨੂੰ। ਬਿਲਕੁਲ ਹਾਂ, ਪਰ ਇਹ ਕਿਉਂਕਿ ਸਰਕਾਰ ਚਾਹੁੰਦੀ ਹੋ ਸੀ ਵੀ ਇਹਨੂੰ ਹਿੱਸ ਪਾਸੇ ਮੋੜਾ ਦਿੱਤਾ ਜਾਵੇ, ਤਾਂ ਕਿ ਜਿਹੜੇ ਲੱਖਾਂ ਕਰੋੜਾਂ ਲੋਕਾਂ ਦੀ ਲਹਿਰ ਬਣ ਰਹੀ ਆ, ਇਹਨੂੰ ਮੁੱਠੀ ਭਰ ਲੋਕਾਂ ਦੀ ਲਹਿਰ ਬਣਾ ਕੇ ਫਿਰ ਉਹਦੇ ਨਾਲ ਸਿੱਝਣਾ ਸੌਖਾ ਹੋ ਜਾਂਦਾ। ਉਹ ਆਪਾਂ ਦੇਖਿਆ ਵੀ ਆ ਜੀ। ਇੱਕ ਤੁਸੀਂ ਬਾਦਲ ਸਾਹਿਬ ਬਾਰੇ ਤਾਂ ਮਾਲੀ ਸਾਹਿਬ ਦੱਸਿਆ ਕਿ ਉਹ ਉੱਥੇ ਪਹੁੰਚੇ ਨਹੀਂ। ਇੱਕ ਹੋਰ ਸ਼ਖਸ ਨੇ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਦਾਅਵਾ ਕਰਦੇ ਆ ਕਿ ਮੈਂ ਉਦੋਂ ਅਸਤੀਫਾ ਦਿੱਤਾ ਜੀ, ਮੈਂ ਬੜਾ ਕੁਝ ਕੀਤਾ, ਮੈਂ ਸੰਤਾਂ ਨੂੰ ਸਮਝਾਇਆ, ਉਹ ਸੀ ਕੈਪਟਨ ਅਮਰਿੰਦਰ ਸਿੰਘ। ਉਹ ਉਸ ਦੌਰ ਦੇ ਵਿੱਚ ਕਿੱਥੇ ਸੀ ਜਦੋਂ ਇਹ ਸਾਰਾ ਕੁਝ 6 ਦਿਨ ਚੱਲਦਾ ਰਿਹਾ? ਉਹਨਾਂ ਤੇ ਵੀ ਵਾਰ-ਵਾਰ ਸਵਾਲ ਉੱਠਦਾ, ਕਿਉਂਕਿ ਅੱਜ ਉਹ ਬੜਾ ਖੁੱਲ ਕੇ ਬੋਲਦੇ ਜੀ, ਮੈਂ ਅਸਤੀਫਾ ਦਿੱਤਾ ਜੀ, ਮੈਂ ਸੰਤਾਂ ਨਾਲ ਵੀ ਗੱਲ ਕਰੀ ਜੀ, ਮੈਂ ਚਾਹੁੰਦਾ ਸੀ, ਇਹ ਬਾਦਲ ਸਾਹਿਬ ਨੇ ਨਹੀਂ ਪੱਟੀ ਵੱਜਣ ਦਿੱਤੀ। ਉਹ ਉਸ ਵੇਲੇ ਕਿੱਥੇ ਸੀ? ਉਦੋਂ ਉਹਨਾਂ ਦੀ ਭੂਮਿਕਾ ਕੀ ਸੀ, ਜਾਂ ਉਹਨਾਂ ਦਿਨਾਂ ਚੋਂ ਕਿੱਥੇ ਸੀਗੇ? ਨਹੀਂ, ਉਹਨਾਂ ਦਿਨਾਂ 'ਚ ਇਹੀ ਆ ਜੀ, ਉਹ ਕਾਂਗਰਸ ਦੇ ਵਿੱਚ ਸੀ ਪਹਿਲੀ ਗੱਲ ਜੀ। ਉਹ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ ਆ, ਉਹ ਸੰਤਾਂ ਨੂੰ ਵੀ ਮਿਲਿਆ ਜੀ। ਜਿਹੜੇ ਉਸ ਸਮੇਂ ਵਿੱਚ ਗੱਲ ਚਲਾਉਣ ਵਾਲਿਆਂ ਦੇ ਵਿੱਚ ਸੀ, ਉਹ ਸਰਕਾਰ ਦੇ ਖਿਲਾਫ ਲੜਨ ਵਾਲਿਆਂ 'ਚ ਨਹੀਂ ਸੀ, ਸਰਕਾਰ ਵਾਲੀ ਸਾਈਡ ਤੇ ਸੀ। ਉਹ ਇਸ ਕਰਕੇ ਜਦੋਂ ਇਹ ਸਾਰਾ ਭਾਣਾ ਵਾਪਰ ਗਿਆ, ਉਸ ਤੋਂ ਬਾਅਦ ਫਿਰ ਉਹਨਾਂ ਨੇ ਰੋਸ ਵਜੋਂ ਕਾਂਗਰਸ ਤੋਂ ਅਸਤੀਫਾ ਦਿੱਤਾ ਜੀ। ਬਿਲਕੁਲ। ਔਰ ਮਾਲੀ ਸਾਹਿਬ, ਲਾਸਟ ਮੇਰੇ 2 ਸਵਾਲ ਇਹ ਨੇ, 2 ਜਾਂ 3 ਕਹਿ ਲਓ ਤੁਸੀਂ। ਇੱਕ ਨਾ ਕਈ ਚੈਨਲਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਸਵਾਲ ਚੱਲਦੇ ਆ, ਜਦੋਂ ਉਹ ਗਵਾਹਾਂ ਨੂੰ ਪੁੱਛਿਆ ਜਾਂਦਾ ਕਿ ਜੀ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਹਥਿਆਰ ਕਿੱਥੋਂ ਆਉਂਦੇ ਸੀ? ਕਿਉਂਕਿ AK-47 ਔਰ ਕਈ ਹਾਈਟੈਕ ਵੀ ਸੀ, ਕਈ ਬੜੇ ਸਿੰਪਲ ਵੀ ਸੀ, ਤਾਂ ਉਹ ਸਾਰੇ ਗੱਲ ਨੂੰ ਮੋੜਾ ਜਿਹਾ ਦੇ ਦਿੰਦੇ ਆ ਕਿ ਉਹ ਤਾਂ ਜੀ ਅੰਦਰ ਦੀ ਗੱਲ ਹੈ ਜਾਂ ਸਾਨੂੰ ਨਹੀਂ ਪਤਾ ਜੀ। ਇਹਦੇ ਬਾਰੇ ਕੋਈ ਆਕਲਨ? ਕਿਉਂਕਿ ਬੜੇ ਲੋਕਾਂ ਵੱਲੋਂ ਇਹ ਸਵਾਲ ਪੁੱਛਿਆ ਗਿਆ ਕਿ ਆਖਰ ਹਥਿਆਰ ਆਉਂਦੇ ਕਿੱਥੋਂ ਸੀ? ਕਿ ਸਰਕਾਰ ਹੀ ਉਹਨਾਂ, ਕੁਝ ਲੋਕ ਕਹਿੰਦੇ ਆ ਕਿ ਜੀ ਉਹ ਸਰਕਾਰਾਂ ਦੀ ਖੜੇ ਕੀਤੇ ਹੋਏ ਸੀ, ਸਰਕਾਰਾਂ ਨੇ ਉਹਨਾਂ ਨੂੰ ਹਥਿਆਰ ਦੇ ਕੇ ਉਹਨਾਂ ਦੇ ਮੂਹਰੇ ਖੜ ਕੇ ਉਹਨਾਂ ਨਾਲ ਲੜਾਈ ਕਰ ਲਈ। ਕੁਝ ਕਹਿੰਦੇ ਆ ਜੀ ਓਵਰ ਦਾ ਬਾਰਡਰ ਆਉਂਦੇ ਸੀ। ਇਹਦੇ ਬਾਰੇ ਕੁਝ ਜੇ ਜਾਣਕਾਰੀ ਤੁਸੀਂ ਸਾਂਝਾ ਕਰ ਸਕਦੇ ਹੋ? ਦੇਖੋ, ਮੈਂ ਇਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ, ਪਰ ਇੱਕ ਤਾਂ ਤੱਥ ਸੱਚਾ ਵੀ ਲੋਕਾਂ ਕੋਲੇ ਹਥਿਆਰ ਸੀ, ਲਾਇਸੈਂਸੀ ਹਥਿਆਰ ਵੀ ਸੀਗੇ ਜੀ। ਦੂਜਾ, ਉਹਨਾਂ ਵੇਲਿਆਂ 'ਚ ਪਾਕਿਸਤਾਨ ਜਾਣਾ, ਉੱਥੋਂ ਹਥਿਆਰ ਲਿਆਉਣੇ ਆਮ ਗੱਲ ਸੀ ਜੀ। ਉਹਦੇ ਵਿੱਚ ਜਿਹੜੇ ਸੰਤਾਂ ਦੇ ਹਮਾਇਤੀ ਵੀ ਨੇ, ਕੋਈ ਇਹੋ ਜਿਹੇ ਬੰਦੇ ਹੋ ਸਕਦੇ ਨੇ ਜਿਹੜੇ ਕਹਿੰਦੇ ਆ ਵੀ ਸੰਤਾਂ ਜੀ ਹਾਂ ਤੁਹਾਡੇ ਨਾਲ, ਪਰ ਅਸੀਂ ਹਥਿਆਰਾਂ ਦਾ ਇੰਤਜ਼ਾਮ ਕਰ ਸਕਦੇ ਹਾਂ। ਉਹ ਸਮਗਲਰ ਵੀ ਹੋ ਸਕਦੇ ਆ, ਉਹ ਪੈਸੇ ਵਰਕ ਕਰਕੇ ਵੀ ਹਥਿਆਰ ਦਿੱਤੇ ਹੋ ਸਕਦੇ ਆ। ਹਥਿਆਰ ਤਾਂ ਆਏ ਨੇ ਜੀ, ਕੋਈ ਰੌਲਾ ਨਹੀਂ। ਪਾਕਿਸਤਾਨ ਵਾਲੇ ਪਾਸੇ ਵੀ ਆਏ ਨੇ, ਬਾਰਡਰ ਤੋਂ ਪਾਰ ਵੀ ਆਏ ਨੇ, ਤੇ ਉਹ ਲੋਕ ਇਹ ਦੱਸਦੇ ਨੇ ਵੀ ਕਾਰ ਸੇਵਾ ਵਾਲੇ ਟਰੱਕਾਂ 'ਚ ਬੋਰੀਆਂ ਦੇ ਵਿੱਚ ਹਥਿਆਰ ਜਾਂਦੇ ਹੁੰਦੇ ਸੀ ਜੀ। ਤੇ ਇਹ ਹਥਿਆਰ ਆ ਜਿਹੜੇ 2 ਨੰਬਰ ਦੇ ਹਥਿਆਰ ਆਪਣੇ ਕੀ ਮੁਲਕ 'ਚ ਹੈ ਨਹੀਂ ਪਾਕਿਸਤਾਨ ਤੋਂ ਬਿਨਾਂ। ਬਿਲਕੁਲ। ਤੁਸੀਂ ਦੇਖੋ ਕਿੰਨੇ ਨਕਸਲੀ ਨੇ, ਕਿੱਥੇ ਹਥਿਆਰਬੰਦ ਘੋਲ ਨੇ ਮੁਲਕ ਦੇ ਵਿੱਚੋਂ, ਕਿ ਹਥਿਆਰਾਂ ਦਾ ਇੰਤਜ਼ਾਮ ਨਹੀਂ ਹੁੰਦਾ। 2 ਨੰਬਰ ਦੇ ਵਿੱਚ ਵੀ ਹੁੰਦਾ, 1 ਨੰਬਰ 'ਚ ਵੀ ਹੁੰਦਾ ਜੀ। ਅੱਛਾ, ਜਦੋਂ ਉਹ ਜੀ ਬਿਲਕੁਲ ਕਹਿਣਾ ਵੀ ਇਹ ਸਭ ਤੋਂ ਭੈੜਾ ਖਤਰਨਾਕ ਲੌਜਿਕ ਇਹ ਆ ਵੀ ਕਾਂਗਰਸ ਨੇ ਖੜਾ ਕੀਤਾ ਸੀ, ਕਾਂਗਰਸ ਨੇ ਖਤਮ ਕਰਤਾ ਜੀ। ਇਹ ਅਸਲ 'ਚ ਇੱਕ ਵਿਰੋਧ ਸੀ ਜੀ। ਜਦੋਂ ਜਿਹੜਾ ਖੜਾ ਕੀਤਾ ਕਹਿੰਦੇ ਆ, ਉਹ ਉਦੋਂ ਤੱਕ ਕਾਂਗਰਸ ਉਹਨਾਂ ਨੂੰ ਸੰਤ ਜੀ ਕਹਿੰਦੇ ਰਹੇ ਜਦੋਂ ਤੱਕ ਉਹ ਸਿਰਫ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਬਿਲਕੁਲ। ਜਦੋਂ ਉਹਨਾਂ ਨੇ ਹੱਕਾਂ ਦਾ ਮੋਰਚਾ ਲਾਤਾ, ਆਨੰਦਪੁਰ ਦਾ ਮੋਰਚਾ ਲਾਤਾ, ਤੇ ਇਹ ਕਹਿਤਾ ਜਿਹੜਾ ਸਾਡੇ ਤੇ ਜ਼ੁਲਮ ਕਰੋ ਅਸੀਂ ਛੱਡਾਂਗੇ ਨਹੀਂ, ਉਦੋਂ ਉਹਨਾਂ ਨਾਲ ਟਕਰਾਅ ਪੈਦਾ ਹੋ ਗਿਆ ਉਹਦਾ ਜੀ। ਅੱਛਾ ਮਾਲੀ ਸਾਹਿਬ, ਇੱਕ ਇਹ ਵੀ ਪੁਰਾਣੇ ਬਜ਼ੁਰਗ ਜਾਂ ਪੁਰਾਣੇ ਲੋਕਾਂ ਵੱਲੋਂ ਜਾਂ ਬਹੁਤ ਸਾਰੀਆਂ ਮਤਲਬ ਜਰਨਲਸ ਵਗੈਰਾ ਦੇ ਵਿੱਚ ਛਾਪਿਆ ਜਾਂਦਾ ਹੈ, ਕਹਿੰਦੇ ਜੀ ਪਾਕਿਸਤਾਨ ਗਵਰਨਮੈਂਟ ਦਾ ਉਹਨਾਂ ਨਾਲ ਸਮਝੌਤਾ ਸੀ ਕਿ ਜਦੋਂ ਇਧਰੋਂ ਤੁਹਾਡੇ ਤੇ ਆਰਮੀ ਹਮਲਾ ਕਰੂ ਤੇ ਅਸੀਂ ਤੁਰਤ ਫੁਰਤ ਮਦਦ ਭੇਜ ਦਿਆਂਗੇ, ਅਸੀਂ ਇੰਡੀਆ ਤੇ ਹਮਲਾ ਕਰ ਦਿਆਂਗੇ। ਤੇ ਕਹਿੰਦੇ ਬਾਅਦ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ। ਇਹ ਤੱਥ ਸਹੀ ਜਾਪਦਾ ਹੈ ਜਾਂ ਇਹ ਸਿਰਫ ਮਨੋ ਕਾਲਪਨਿਕ ਗੱਲਾਂ ਨੇ? ਇਹ ਸਾਰੀਆਂ ਅਫਵਾਹਾਂ ਨੇ ਜੀ, ਸਿਆਸੀ ਤੌਰ ਤੇ ਅਨੁਦਾਨ ਤਾਂ ਬੇਸਮਝ ਵਾਲੀਆਂ ਗੱਲਾਂ ਨੇ। ਪਾਕਿਸਤਾਨ ਦਾ ਇੰਟਰਸਟ ਸੀ ਜੀ ਜੇ ਕਸ਼ਮੀਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੇਂਦਰ ਖਿਲਾਫ ਲੜਾਈ ਰਹਿੰਦੀ ਆ, ਉਹਨਾਂ ਚਿਰ ਪਾਕਿਸਤਾਨ ਸੇਫ ਆ। ਬਿਲਕੁਲ। ਜਦੋਂ ਤੁਹਾਡੇ ਸਰਹੱਦੀ ਇਲਾਕੇ ਤੁਹਾਡੇ ਖਿਲਾਫ ਲੜ ਰਹੇ ਹੋਣ, ਤੁਸੀਂ ਪਾਕਿਸਤਾਨ ਨਾਲ ਲੜਾਈ ਕਿਵੇਂ ਛੇੜ ਲਓਗੇ? ਇੰਨਾ ਕਹਿਤ ਪਾਕਿਸਤਾਨ ਦਾ ਹੈਗਾ ਸੀ, ਉਹ ਕਹੀ ਜੀ ਕਿਵੇਂ ਸਹਾਇਤਾ ਦਿੰਦਾ ਸਰਕਾਰੀ ਤੌਰ ਤੇ, ਗੈਰ ਸਰਕਾਰੀ ਤੌਰ ਤੇ ਕਸ਼ਮੀਰ ਨੂੰ, ਜਾਂ ਇੱਥੇ
ਇਹ ਤਾਂ ਹੁਣ ਜਦੋਂ ਪਹਿਲਾਂ ਗੱਲ ਆਈ ਹੈ, ਜਦੋਂ ਨਕਸਲਵਾੜੀ ਲਹਿਰ ਉੱਠੀ ਆ, ਉਦੋਂ ਕਿਹੜਾ ਚੀਨ ਪੀਕਿੰਗ ਰੇਡੀਓ ਤੋਂ ਲਗਾਤਾਰ ਸਮਾਚਾਰ ਨਹੀਂ ਆਉਂਦੇ ਹੁੰਦੇ? ਉਦੋਂ ਕਿਹੜਾ ਸਹਾਇਤਾ ਕਿਸੇ ਰੂਪ ਚ ਨਹੀਂ ਆਈ ਹੋ? ਉਦੋਂ ਕਿਹੜਾ ਨਕਸਲੀ ਚੀਨ ਚ ਨਹੀਂ ਗਏ, ਗੱਲਾਂ ਬਾਤਾਂ ਨਹੀਂ ਕਰਕੇ ਆਏ, ਜਾਂ ਕਾਮਰੇਡ ਸੀ ਜਿਹੜੇ ਰਸ਼ੀਆ ਚ ਨਹੀਂ ਜਾਂਦੇ ਰਹੇ? ਸੋ ਇੰਟਰਨੈਸ਼ਨਲ ਲੈਵਲ ਤੇ ਸਾਂਝਾਂ ਹੁੰਦੀਆਂ ਨੇ, ਇਹ ਇਸ ਤਰ੍ਹਾਂ ਨਹੀਂ ਹੁੰਦੀਆਂ ਵੀ ਫਿਰ ਐਂ ਕਰ ਕਿਸੇ ਦੀ ਖਾਤਰ ਕੋਈ ਦੇਸ਼ ਆਪਣੇ ਦੇਸ਼ ਦੀ ਹੋਣੀ ਦਾਅ ਤੇ ਨਹੀਂ ਲਾਉਂਦਾ। ਹਾਂ, ਜਦੋਂ ਉਹਦੇ ਆਪਣੇ ਹਿੱਤ ਨੇ। ਹੁਣ ਦੇਖ ਲਓ, ਹੁਣ ਚੀਨ ਆ ਜਿਹੜਾ ਬਿਨਾਂ ਕਿਸੇ ਗੱਲ ਤੋਂ ਕਿੰਨਾ ਆਪਣਾ ਇਲਾਕਾ ਦੱਬੀ ਬੈਠਾ ਨਾ ਜੀ, ਦੱਬ ਲਿਆ ਪਿੱਛੇ ਹਟਾ ਤੇ, ਹੁਣੇ ਚੁੱਪ ਕੀਤੇ ਬੈਠੇ ਨੇ। ਦੇਸ਼ਾਂ ਦੀਆਂ ਜਿਹੜੀਆਂ ਲੜਾਈਆਂ ਨੇ, ਸਥਾਨਕ ਲੜਾਈਆਂ ਨੂੰ ਉਹ ਸ਼ਹਿ ਦੇਣੀ ਜਾਂ ਸਹਾਰਾ ਦੇਣਾ ਜਾਂ ਡਿਪਲੋਮੈਟਿਕ ਹਮਾਇਤ ਦੇਣੀ, ਇਹ ਵਰਤਾਰੇ ਚੱਲਦੇ ਰਹਿੰਦੇ ਨੇ ਜੀ। ਬਿਲਕੁਲ। ਸੋ ਮਾਲੀ ਸਾਹਿਬ, ਮੇਰਾ ਲਾਸਟ ਜਿਹੜਾ ਸਵਾਲ ਤੁਹਾਡੇ ਤੋਂ, ਉਹ ਦੋ ਸਵਾਲਾਂ ਨੂੰ ਮੈਂ ਇੱਕੋ ਦੇ ਵਿੱਚ ਹੀ ਪਰੋ ਦਿੰਦਾ। ਉਹ ਇਹ ਹੈ ਕਿ ਜਿਹੜੇ ਬਹੁਤ ਸਾਰੇ ਲੋਕ ਉਦੋਂ ਬਚ ਗਏ ਸੀ, ਸੰਤਾਂ ਦੇ ਨਾਲ ਸੀ, ਕੁਝ ਨੇ ਸਰੈਂਡਰ ਕਰਤਾ, ਕੁਝ ਬਚ ਗਏ, ਉਹ ਅੱਜ ਕੱਲ ਕਹਿੰਦੇ ਫੋਰਨ ਦੀ ਧਰਤੀ ਤੇ ਹੈ। ਈਵਨ ਕਿ ਇੱਕ ਦੋ ਦੇ ਨਾਮ ਤਾਂ ਇਹ ਲਏ ਜਾਂਦੇ ਆ ਕਿ ਉਹ ਪਾਕਿਸਤਾਨ ਅੱਜ ਵੀ ਰਹਿੰਦੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਦੋ ਨਾਮ ਲਏ ਜਾਂਦੇ ਆ ਕਿ ਉਹ ਗਏ। ਉਹ ਕਿਸ ਤਰ੍ਹਾਂ ਉੱਥੇ ਚਲੇ ਗਏ? ਕੁਝ USA ਦੇ ਵਿੱਚ ਹੈ, ਕੁਝ ਕੈਨੇਡਾ ਦੇ ਵਿੱਚ ਹੈ। ਔਰ ਜਿਹੜਾ ਅੱਜ ਦੀ ਘੜੀ 'ਚ ਮਹਿਸੂਸ ਇਹ ਹੁੰਦਾ ਕਿ ਪੰਜਾਬ ਨਾਲੋਂ ਵੱਧ ਫੋਰਨ ਦੇ ਵਿੱਚ ਇਹ ਲਹਿਰ ਬਹੁਤ ਜ਼ਿਆਦਾ ਸਰਗਰਮ ਹੈ, ਔਰ ਵਿਦੇਸ਼ੀ ਸਰਕਾਰਾਂ ਵੀ ਕਿਤੇ ਨਾ ਕਿਤੇ ਸਮਰਥਨ ਦਿੰਦੀਆਂ ਨਜ਼ਰ ਆਉਂਦੀਆਂ। ਔਰ ਜੇ ਪੰਜਾਬ ਦੇ ਸੰਦਰਭ ਤੋਂ ਗੱਲ ਕੀਤੀ ਜਾਵੇ ਤਾਂ ਜਿਹੜਾ ਪੰਜਾਬ ਦੇ ਵਿੱਚ ਹੁਣ ਇਸ ਨੂੰ ਕਿਸ ਤਰ੍ਹਾਂ ਮਨਾਇਆ ਜਾਣਾ ਚਾਹੀਦਾ? ਕਿਉਂਕਿ ਹਰ ਵਾਰ ਕੀ ਹੁੰਦਾ, 6 ਦਿਨ ਸਮਾਗਮ ਚੱਲਦਾ ਹੈ, 6ਵੇਂ ਦਿਨ ਉੱਥੇ ਜਾ ਕੇ ਰੌਲਾ ਪੈ ਜਾਂਦਾ, ਇੱਕ ਦੂਜੇ ਨਾਲ ਪੱਗੋ ਪੱਗੀ ਹੋ ਕੇ, ਤਲਵਾਰੋ ਤਲਵਾਰੀ ਹੋ ਕੇ ਉਹ ਘਰੋਂ ਮੁੜ ਆਉਂਦੇ ਆ। ਤੁਹਾਡੇ ਹਿਸਾਬ ਨਾਲ ਇਸ ਨੂੰ ਜਿਹੜੀ ਨਵੀਂ ਜਨਰੇਸ਼ਨ ਹੈ, ਕਿਸ ਤਰ੍ਹਾਂ ਮਨਾਉਣਾ ਚਾਹੀਦਾ ਕਿ ਅੱਗੇ ਤੋਂ ਪੰਜਾਬ ਦਾ ਘਾਣ ਵੀ ਨਾ ਹੋਵੇ, ਉਹ ਹਾਲਾਤ ਵੀ ਪੈਦਾ ਨਾ ਹੋਣ, ਪਰ ਇਹ ਸੁਚੱਜੇ ਤਰੀਕੇ ਦੇ ਨਾਲ ਮਨਾਇਆ ਵੀ ਜਾ ਸਕੇ? ਪਹਿਲੀ ਗੱਲ ਤਾਂ ਇਹ ਹੈ ਜੀ ਕਿ ਪਹਿਲਾਂ ਲੋਕ ਗੈਰ ਕਾਨੂੰਨੀ ਤੌਰ ਤੇ ਦੂਜੇ ਦੇਸ਼ਾਂ 'ਚ ਨਹੀਂ ਜਾਂਦੇ ਰਹੇ। ਬਿਲਕੁਲ ਜਾਂਦੇ, ਲਹਿਰ ਵੀ ਨਹੀਂ ਹੁੰਦੀ ਸੀ। ਤੇਜਾ ਸਿੰਘ ਸਤੰਤਰ ਨੂੰ ਨਹੀਂ ਕਹਿ ਦਈਏ, ਪਗੜੀ ਸੰਭਾਲਣ ਦਾ ਚਾਚਾ ਅਜੀਤ ਸਿੰਘ ਨੂੰ ਵੀ ਕਹਿ ਦਈਏ, ਕਿੰਨੇ ਲੋਕ ਸੀ 2 ਨੰਬਰ ਦੇ ਵਿੱਚ ਦੂਜਿਆਂ ਤਰੀਕਿਆਂ ਰਾਹੀਂ ਵਿਦੇਸ਼ਾਂ 'ਚ ਜਾਂਦੇ ਸੀ, ਰੋਟੀ ਰੋਜੀ ਕਮਾਉਣ ਖਾਤਰ ਵੀ ਜਾਂਦੇ ਸੀ, ਮਤਲਬ ਸਰਕਾਰ ਤੋਂ ਬਚਾਅ ਖਾਤਰ ਵੀ ਜਾਂਦੇ ਸੀ। ਇਸ ਕਰਕੇ ਜਦੋਂ ਕੋਈ ਲਹਿਰ ਉੱਠਦੀ ਆ, ਉਹਨੂੰ ਜਦੋਂ ਬਾਹਰੋਂ ਹਮਾਇਤ ਹੁੰਦੀ ਆ, ਫਿਰ ਤਾਂ ਉਹਦੇ ਖਾਤਰ ਬਹੁਤ ਸਾਰੇ ਚੈਨਲ ਖੁੱਲ ਜਾਂਦੇ ਨੇ। ਇਸ ਕਰਕੇ ਬਹੁਤ ਸਾਰੇ ਲੋਕ ਗਏ ਨੇ ਵਿਦੇਸ਼ਾਂ 'ਚ, ਪਾਕਿਸਤਾਨ ਦੇ ਵਿੱਚ ਵੀ ਗਏ ਨੇ, ਇਹ ਕੋਈ ਰਾਏ ਨਹੀਂ। ਮਤਲਬ ਪਰ ਇਹਦੇ ਵਿੱਚ ਸਰਕਾਰਾਂ ਦਾ ਕਿੰਨਾ ਕੁ ਦਖਲ ਆ? ਮਤਲਬ ਜਿਹੜੇ ਬੰਦੇ, ਮਤਲਬ ਇਹ ਕਿਹਾ ਜਾਂਦਾ ਵੀ ਸਰਕਾਰਾਂ ਨੇ ਬਾਹਰ ਫਿੱਟ ਕਰਤੇ। ਜੀਵੇਸ ਸਿੱਧੂ ਦੀ ਇੱਕ ਕਿਤਾਬ ਆ ਖਾਲਿਸਤਾਨੀ ਕਨਸਪੀਰੇਸੀ, ਉਹਦੇ ਵਿੱਚ ਉਹਨੇ ਜਿਹੜਾ ਸਰਕਾਰੀ ਆਪਰੇਸ਼ਨ ਕਿਵੇਂ ਚੱਲਿਆ ਇਸ ਸਮੇਂ ਦੇ ਦੌਰਾਨ, ਬਾਹਰ ਕਿਵੇਂ ਅਸੀਂ ਖਾਲਿਸਤਾਨ ਵਾਲੀ ਗੱਲ ਨੂੰ ਹੁਲਾਰਾ ਦਿੱਤਾ, ਉਹਦੇ ਬਾਰੇ ਜਾਨੀ ਤੱਥ ਨੇ, ਉਹਨਾਂ ਦੇ ਬਾਰੇ ਖੋਜ ਪੜਤਾਲ ਤੇ ਗੱਲ ਜਾਰੀ ਹੋ ਰਹੀ ਆ। ਵਿਦੇਸ਼ੀ ਚ ਬੈਠੇ ਸਿੱਖ ਖਾਲਿਸਤਾਨ ਕਰੀ ਜਾਣ, ਭਾਰਤ ਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ। ਕੋਈ ਇਹ ਤਾਂ ਚਾਹੁੰਦੇ ਆ ਵੀ ਇਹ ਵਿਚਾਰ ਹੋਵੇ। ਉੱਥੇ ਦੀਆਂ ਸਰਕਾਰਾਂ ਉਹਨਾਂ ਨੂੰ ਕਿਉਂ ਨਹੀਂ ਕੁਝ ਕਹਿੰਦੀਆਂ? ਕਿਉਂਕਿ ਉੱਥੇ ਦੀ ਜਮਹੂਰੀਅਤ ਹਾਇਰ ਪੱਧਰ ਦੀ ਆ। ਹੁਣ ਜਿਹੜੀ ਕੈਨੇਡਾ ਸਰਕਾਰ ਨੇ ਕਿਊਬਕ ਨੂੰ ਹੱਕ ਦਿੱਤਾ ਹੋਇਆ ਵੀ ਆਪਾਂ ਲੜਨ ਦਾ ਹੱਕ ਲੈ ਲਓ, ਨਾਲ ਰਹਿਣਾ ਰਹਿ ਜਾਓ ਜੀ, ਨਹੀਂ ਅੱਡ ਹੋ ਜਾਓ। ਇੰਗਲੈਂਡ ਦੇ ਵਿੱਚ, ਸਕਾਟਲੈਂਡ ਦੇ ਵਿੱਚ ਜੇ ਹੁੰਦਾ। ਇਸ ਕਰਕੇ ਉਹਨਾਂ ਸਰਕਾਰਾਂ ਦਾ, ਉਹ ਸਮਾਜ ਨੇ, ਉਹ ਜੇ ਤਕਨੀਕੀ ਤੌਰ ਤੇ ਦੇਖੇ, ਭਾਰਤ ਦੀ ਸੁਪਰੀਮ ਕੋਰਟ ਨੇ ਵੀ ਹੱਕ ਦਿੱਤਾ ਹੋਇਆ ਵੀ ਪੁਰਅਮਨ ਤਰੀਕੇ ਨਾਲ ਖਾਲਿਸਤਾਨ ਦਾ ਪ੍ਰਚਾਰ ਕਰਨਾ ਕੋਈ ਗੁਨਾਹ ਨਹੀਂ। ਪਰ ਕਿਉਂਕਿ ਸਾਡੀਆਂ ਸਰਕਾਰਾਂ ਤਾਨਾਸ਼ਾਹ ਨੇ, ਇਹ ਉਹ ਨਿਯਮਾਂ ਨੂੰ, ਉਹ ਡੈਮੋਕ੍ਰੇਸੀ ਨੂੰ ਜਦੋਂ ਜੀ ਕਰੇ ਕੁਚਲ ਦਿੰਦੀਆਂ ਨੇ। ਹੁਣ ਜਿਵੇਂ ਇਹ ਕਿਹਾ ਜਾਂਦਾ, ਜੇ ਦਰਬਾਰ ਸਾਹਿਬ ਤੋਂ ਮੋਰਚਾ ਨਾ ਲੱਗਦਾ, ਹੋ ਸਕਦਾ ਜੀ ਉੱਥੇ ਹਮਲਾ ਨਾ ਹੁੰਦਾ। ਜੇ ਹੁਣ ਬਾਬਰੀ ਮਸਜਿਦ ਤੋਂ ਕਿਹੜਾ ਮੋਰਚਾ ਚੱਲ ਰਿਹਾ ਸੀ? ਉਹ ਕੀ ਕਹਿ ਰਹੇ ਸੀ ਤੁਹਾਨੂੰ ਮੈਨੂੰ ਇਹ ਤਾਂ ਦੱਸੋ। ਤੁਸੀਂ ਉਹਨੂੰ ਦੂਜੇ ਲੋਟ ਵੀ ਢਾਇਆ, ਹੜ ਨਾਲ ਵੀ ਢਾਇਆ, ਮੁੜ ਕੇ ਆਪਣੀ ਅਦਾਲਤ ਰਾਹੀਂ ਆਪਣੇ ਕਬਜ਼ੇ ਵਿੱਚ ਵੀ ਲਿਆ। ਇਸ ਕਰਕੇ ਇਹ ਨੀਤੀ ਆ, ਜੇ ਤੁਸੀਂ ਇਹ ਨਹੀਂ ਸਮਝੋਗੇ ਵੀ ਜਿਹੜਾ ਭਾਰਤ ਦਾ ਰਾਸ਼ਟਰਵਾਦ ਆ, ਇਹ ਬੱਚੇ ਖਾਣੀ ਸੱਪਣੀਆਂ, ਇਹ ਦੁਸ਼ਮਣ ਖੜਾ ਕਰਦਾ ਇੱਕ ਘੱਟ ਗਿਣਤੀਆਂ ਚੋਂ, ਫਿਰ ਬਾਕੀ ਉਹਨੂੰ ਬਾਹਰਲੇ ਦੁਸ਼ਮਣ ਨਾਲ ਲਿੰਕ ਕਰਦਾ। ਇੰਦਰਾ ਗਾਂਧੀ ਨੇ ਸਿੱਖ ਖੜੇ ਕੀਤੇ ਹੋਏ ਸੀ, ਭਾਜਪਾ ਨੇ ਮੁਸਲਮਾਨ ਖੜੇ ਕੀਤੇ ਹੋਏ ਨੇ। ਇਹਨਾਂ ਨੇ ਸਿੱਖਾਂ ਦੀ ਥਾਂ ਨਾਲ ਕਮਿਊਨਿਸਟ ਖੜੇ ਕਰ ਲਏ, ਚੀਨ ਨਾਲ ਲਿੰਕ ਜੋੜਨ ਦੀ ਕੋਸ਼ਿਸ਼ ਕੀਤੀ, ਕਿਸਾਨ ਮੋਰਚੇ ਦਾ ਵੀ ਇੱਕ ਵਾਰ ਜੋੜਨ ਦੀ ਕੋਸ਼ਿਸ਼ ਕੀਤੀ। ਸੋ ਇਹ ਬੱਚੇ ਖਾਣੀ ਸੱਪਣੀਆਂ ਰਾਸ਼ਟਰਵਾਦ ਘੱਟ ਗਿਣਤੀਆਂ ਦੇ ਵਿਰੋਧੀ ਆ, ਤਾਂ ਕਰਕੇ ਕਾਰਵਾਈਆਂ ਵਾਪਰਦੀਆਂ ਨੇ। ਇਸੇ ਕਰਕੇ ਫੈਡਰਲਿਜ਼ਮ ਤੇ ਜਮਹੂਰੀਅਤ ਭਾਰਤ ਦੇ ਵਿੱਚ ਇੱਕ ਨਾਲ ਜੁੜੇ ਹੋਏ ਨੇ। ਜਿਉਂ-ਜਿਉਂ ਫੈਡਰਲਿਜ਼ਮ ਖਤਮ ਹੁੰਦਾ, ਤਿਉਂ-ਤਿਉਂ ਜਮਹੂਰੀਅਤ ਖਤਮ ਹੁੰਦੀ ਆ, ਤਿਉਂ-ਤਿਉਂ ਤਾਨਾਸ਼ਾਹੀ ਆਉਂਦੀ ਆ, ਤਿਉਂ-ਤਿਉਂ ਫਾਸ਼ੀਵਾਦ ਆਉਂਦਾ। ਸੋ ਮੇਰੇ ਤਾਂ ਆਖਰ ਚ ਇਹ ਕਹਿਣਾ ਕਿ ਸਾਨੂੰ ਉਹ ਦੇਖੋ, ਲੜਾਈ ਨੂੰ ਖਤਮ ਕਰਨ ਖਾਤਰ ਹਮਲਾ ਕੀਤਾ ਨਾ, ਅਸੀਂ ਆਪ ਉਹ ਲੜਾਈ ਛੱਡ ਗਏ। ਅਨੰਦਪੁਰ ਦੇ ਮਤੇ ਦੀ ਲੜਾਈ, ਫੈਡਰਲਿਜ਼ਮ ਦੀ ਲੜਾਈ, ਸਿੱਖਾਂ ਦੀ ਆਪਣੀ ਪਹਿਚਾਣ ਦੀ ਲੜਾਈ, ਸਾਰੇ ਮੁਲਕ ਦੇ ਵਿੱਚ ਫੈਡਰਲਿਜ਼ਮ ਦੇ ਢਾਂਚੇ ਦੀ ਲੜਾਈ,
ਸਾਨੂੰ ਉਸ ਲੜਾਈ ਨੂੰ ਅੱਗੇ ਤੋਰਨਾ ਅਸਲ 'ਚ ਉਹਨਾਂ ਸ਼ਹੀਦਾਂ ਨੂੰ ਸ਼ਹੀਦ ਸ਼ਰਧਾਂਜਲੀ ਆ। ਉਹ ਲੜਾਈ ਨੂੰ ਖਾਲਿਸਤਾਨ ਦੇ ਨਾਂ ਤੇ ਜਾਂ ਇਕੱਲੀ ਸਰਕਾਰ ਬਣਾ ਕੇ ਚਲਾਉਣ ਦੇ ਨਾਂ ਤੇ ਠੱਪ ਰੱਖਣਾ, ਇਹ ਸਾਡਾ ਦੁਖਾਂਤ ਆ ਜੀ। ਪਰ ਇਸ ਵਾਰ ਰਾਹ ਜਿਹੜਾ ਉਹ ਜਿਹੜਾ ਰਸਤਾ ਹੈ ਉਹ ਮੇਰਾ ਖਿਆਲ ਹੈ ਜਿਹੜਾ ਸ਼ਾਂਤੀ ਦਾ ਹੋਣਾ ਚਾਹੀਦਾ, ਕਿਉਂਕਿ ਉਹ ਵਾਲਾ ਸ਼ਾਇਦ ਸਮੇਂ ਹੁਣ ਨਹੀਂ ਹੈ ਕਿ ਹੁਣ ਸ਼ਾਂਤੀ ਦੇ ਤਰੀਕੇ ਦੇ ਨਾਲ ਇਸ ਨੂੰ ਜਮਹੂਰੀ ਤਰੀਕੇ ਨਾਲ ਨਹੀਂ ਲੜਿਆ ਜਾਣਾ ਚਾਹੀਦਾ। ਤੁਸੀਂ ਨਹੀਂ ਮੰਨਦੇ ਇਸ ਗੱਲ ਨੂੰ? ਨਹੀਂ, ਬਿਲਕੁਲ। ਸਿੱਖਾਂ ਦਾ ਇਤਿਹਾਸ ਆ ਜਿਹੜਾ, ਸਿੱਖ ਤਾਂ ਹਮਲਾਵਰ ਨਹੀਂ ਹੋਏ ਕਿਤੇ। ਗੁਰੂਆਂ ਤੋਂ ਲੈ ਲਓ, ਅਸੀਂ ਤਾਂ ਸਵੈ ਰੱਖਿਆ ਲਈ ਲੜਾਈਆਂ ਲੜੀਆਂ ਨੇ। ਇਹ ਠੀਕ ਆ, ਸਵੈ ਰੱਖਿਆ ਲਈ ਅਸੀਂ ਬਹਾਦਰੀ ਦੇ ਬਹੁਤ ਉਹ ਵੀ ਸਿਰਜੇ ਨੇ। ਫਿਰ ਪੰਚਮ ਪਾਤਸ਼ਾਹ ਦੀ ਸ਼ਹੀਦੀ ਦੇਖ ਲਓ, ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦੇਖ ਲਓ। ਉਹ ਗੱਲਾਂ ਜਿਨ੍ਹਾਂ ਦੇ ਖਿਲਾਫ ਅਸੀਂ ਪ੍ਰਚਾਰ ਕਰਦੇ ਆ, ਜਦੋਂ ਕੋਈ ਉਹਨਾਂ ਨੂੰ ਧੱਕੇ ਨਾਲ ਦਬਾਉਂਦਾ, ਅਸੀਂ ਇਹ ਮਿਸਾਲ ਕਾਇਮ ਕਰਤੀ ਵੀ ਉਹਨਾਂ ਦੇ ਹੱਕਾਂ ਖਾਤਰ ਵੀ ਅਸੀਂ, ਸਾਡਾ ਗੁਰੂ ਕੁਰਬਾਨੀ ਆਪ ਚੱਲ ਕੇ ਕੁਰਬਾਨੀ ਦੇਣ ਜਾਂਦਾ। ਗੁਰੂ ਕੇ ਬਾਗ ਦਾ ਮੋਰਚਾ ਦੇਖ ਲਓ, ਨਨਕਾਣਾ ਸਾਹਿਬ ਦਾ ਮੋਰਚਾ ਦੇਖ ਲਓ, ਅਕਾਲੀ ਮੋਰਚੇ ਤੁਸੀਂ ਦੇਖ ਲਓ। ਸੋ ਬਦਲ ਇਤਿਹਾਸ ਦੇ ਵਿੱਚ ਬਾਬਾ ਬਘੇਲ ਸਿੰਘ ਦਿੱਲੀ ਜਿੱਤਦਾ ਰਿਹਾ, ਉਸ ਸਮੇਂ ਦੀ ਗੱਲ ਸੀ। ਅੱਜ ਦਿੱਲੀ ਨੂੰ ਜਿੱਤਣ ਦਾ ਗੱਲ, ਆਪਣੀ ਜਿੱਤਣ ਦੀ ਗੱਲ ਹੋਰ ਤਰੀਕੇ ਨੇ। ਪੁਰਅਮਨ ਤੇ ਜਮਹੂਰੀ ਤਰੀਕੇ ਨਾਲ ਸੰਘਰਸ਼ ਆ ਜਿਹੜਾ, ਘੱਟ ਗਿਣਤੀ ਨੂੰ ਤਾਂ ਹਥਿਆਰਬੰਦ ਲੜਾਈ ਰਾਸ ਨਹੀਂ ਆਉਂਦੀ ਜੀ। ਖਾਸ ਕਰਕੇ ਅੱਜ ਦੀ ਲੋਕਾਈ ਨੂੰ ਵੀ ਅੱਜ ਹਥਿਆਰਬੰਦ ਕੋਲ ਰਾਸ ਨਹੀਂ ਆਉਂਦਾ। ਪੁਰਅਮਨ ਤਰੀਕੇ ਨਾਲ ਸੰਘਰਸ਼ ਆ ਜਿਹੜਾ ਕਿਸਾਨ ਸੰਘਰਸ਼, ਜਿਹਨੂੰ ਆਪਣੇ ਪੰਜਾਬ ਦੇ ਕਈ ਕਹਿੰਦੇ ਨੇ ਗਾਂਧੀਵਾਦੀ ਜੀ, ਫਲਾਣਾ ਜੀ, ਦੁਨੀਆ 'ਚ ਧੁੰਮਾਂ ਪਾਤੀਆਂ। ਸੰਘਰਸ਼ ਦੀਆਂ ਵੀ ਧੁੰਮਾਂ ਪੈ ਗਈਆਂ, ਸਿੱਖੀ ਦੀਆਂ ਧੁੰਮਾਂ ਪੈ ਗਈਆਂ, ਸਾਡੀ ਦਸਤਾਰ ਦੀਆਂ ਵੀ ਧੁੰਮਾਂ ਪੈ ਗਈਆਂ। ਬਾਹਰਲੇ ਸੂਬੇ ਕਹਿੰਦੇ ਨੇ ਜਦੋਂ ਕੋਈ ਲੀਡਰ ਜਾਂਦੇ ਨੇ, ਇੱਕ ਪਗੜੀ ਵਾਲਾ ਜ਼ਰੂਰ ਹੋਣਾ ਚਾਹੀਏ ਜੀ। ਬਿਲਕੁਲ ਸਹੀ ਗੱਲ ਹੈ। ਇਸ ਕਰਕੇ ਅੱਜ ਦੇ ਯੁੱਗ 'ਚ ਪੁਰਅਮਨ ਤੇ ਜਮਹੂਰੀ ਤਰੀਕੇ ਨਾਲ ਇਹ ਸੰਘਰਸ਼ ਜ਼ਰੂਰੀ ਆ। ਇਹ ਕਰਦੇ ਹੋਏ ਵੀ ਰੈਜ਼ਿਸਟੈਂਸ ਹੁੰਦੀ ਆ, ਨਾਕੇ ਤੋੜਨੇ ਪੈਂਦੇ ਨੇ, ਵਿਛਾੜਾਂ ਨੇ ਉਹ ਪੈਂਦੀਆਂ ਨੇ, ਕਈ ਥਾਂ ਤੇ ਲਾਠੀ ਚਾਰਜ ਹੁੰਦਾ, ਉਹਨੂੰ ਵੀ ਸਹਿਣਾ ਪੈਂਦਾ। ਅੱਛਾ, ਸਾਡਾ ਬੇਸਿਕ ਸਿਧਾਂਤ ਆ ਜਿਹੜਾ ਪੁਰਅਮਨ ਤੇ ਜਮਹੂਰੀ ਤਰੀਕੇ ਵਾਲੀ ਹੋਣਾ ਚਾਹੀਦਾ ਜੀ। ਬਿਲਕੁਲ ਮਾਲੀ ਸਾਹਿਬ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ। ਇੱਕ ਸਵਾਲ ਮੈਂ ਭੁੱਲ ਗਿਆ ਸੀ, ਕੁਝ ਸਟੂਡੈਂਟਸ ਨੇ ਜਦੋਂ ਤੁਹਾਡਾ ਨਾਮ ਸੁਣਿਆ ਤਾਂ ਲਾਸਟ, ਮੈਂ ਮਾਫੀ ਚਾਹੂੰਗਾ, ਉਹ ਮੇਰੇ ਦਿਮਾਗ ਚੋਂ ਸਕਿਪ ਹੋ ਗਿਆ ਸੀ। ਕੁਝ ਯੂਨੀਵਰਸਿਟੀ ਤੇ ਕਾਲਜ ਸਟੂਡੈਂਟਸ ਨੇ ਤੁਹਾਡਾ ਨਾਮ ਸੁਣ ਕੇ ਸਪੈਸ਼ਲ ਉਹ ਮੈਨੂੰ ਸਵਾਲ ਦਿੱਤਾ ਸੀ। ਉਹ ਕਹਿੰਦੇ ਮਾਲੀ ਸਾਹਿਬ ਤੋਂ ਇਹ ਜ਼ਰੂਰ ਪੁੱਛ ਲਿਓ, ਕਿਉਂਕਿ ਉਹ ਖੁਦ ਸਟੂਡੈਂਟ ਸਫਾਵਾਂ ਦੇ ਵਿੱਚ ਐਕਟਿਵ ਰਹੇ ਨੇ। ਕਹਿੰਦੇ ਇਸ ਦੌਰਾਨ 80ਵੇਂ ਤੇ 90ਵੇਂ ਦੌਰਾਨ ਪੰਜਾਬ ਦੇ ਐਜੂਕੇਸ਼ਨਲ ਇੰਸਟੀਚਿਊਟਸ ਦਾ ਕੀ ਹਾਲਾਤ ਸੀ। ਔਰ ਬਿਲਕੁਲ ਇੱਕ ਦੋ ਲਾਈਨਾਂ ਦੇ ਵਿੱਚ ਇਹ ਦੱਸ ਦਿਓ। ਕਹਿੰਦੇ ਕਿ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਤਾਂ ਬੜਾ ਜ਼ਿਕਰ ਆਉਂਦਾ ਹੈ। ਇੱਕ ਕਹਿੰਦੇ ਅੰਮ੍ਰਿਤਸਰ ਐਲਾਨਨਾਮਾ ਹੁੰਦਾ ਸੀ, ਉਹ ਕੀ ਸੀ, ਕੌਣ ਕੌਣ ਲੋਕ ਉਹਦੇ ਵਿੱਚ ਸ਼ਾਮਲ ਸੀ। ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਈਨ ਕੀਤੇ ਸੀ। ਔਰ ਉਸ ਤੋਂ ਬਾਅਦ 84 ਹੀ ਨਹੀਂ, ਉਸ ਤੋਂ ਬਾਅਦ ਵੀ ਅਟੈਕ ਹੁੰਦੇ ਰਹੇ, ਜਿਵੇਂ ਇੱਕ ਬਲੈਕ ਥੰਡਰ ਨਾਮ ਦਾ ਆਪਰੇਸ਼ਨ ਹੋਇਆ ਸੀ। ਸਿਰਫ 2 ਲਾਈਨਾਂ ਦੇ ਵਿੱਚ ਉਸ ਸਮੇਂ ਪੰਜਾਬ ਦੇ ਐਜੂਕੇਸ਼ਨਲ ਇੰਸਟੀਚਿਊਟ, ਕਿਉਂਕਿ ਕੁਝ ਲੋਕ ਕਹਿੰਦੇ ਕਿ ਪੰਜਾਬ ਦਾ ਐਜੂਕੇਸ਼ਨਲ ਇੰਸਟੀਚਿਊਟ ਜਾਂ ਸਿਸਟਮ ਉਦੋਂ ਇਸ ਤਰ੍ਹਾਂ ਤਬਾਹ ਹੋਇਆ, ਅੱਜ ਤੱਕ ਪੈਰਾਂ ਤੇ ਨਹੀਂ ਹੋ ਸਕਿਆ। ਕੁਝ ਲੋਕ ਕਹਿੰਦੇ ਨਹੀਂ ਜੀ, ਉਹ ਦੁਬਾਰਾ ਠੀਕ ਹੋ ਗਿਆ। ਤੇ ਅੰਮ੍ਰਿਤਸਰ ਐਲਾਨਨਾਮਾ ਕੀ ਸੀਗਾ ਜੀ? ਇਹ ਕੁਝ ਸਟੂਡੈਂਟਸ ਦੇ। ਪਹਿਲੀ ਗੱਲ ਤਾਂ ਜੀ, ਅੱਜ ਤੱਕ ਖਾਲਿਸਤਾਨ ਦਾ ਮਤਾ ਨਾ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਕੀਤਾ, ਨਾ ਕਿਤੇ ਸਰਬੱਤ ਖਾਲਸੇ 'ਚ ਪ੍ਰਵਾਨ ਹੋਇਆ, ਨਾ ਕਿਤੇ ਉਸ ਤਰ੍ਹਾਂ ਵੱਡੀਆਂ ਸਿੱਖ ਸੰਸਥਾਵਾਂ ਵੱਲੋਂ ਪ੍ਰਵਾਨ ਹੋਇਆ। ਆਨੰਦਪੁਰ ਦਾ ਮਤਾ ਸੀ ਜਿਹੜਾ ਉਹ ਫੈਡਰਲ ਢਾਂਚੇ ਦੀ ਹਮਾਇਤ ਕਰਦਾ ਸੀ। ਜਿਹੜਾ ਅੰਮ੍ਰਿਤਸਰ ਐਲਾਨਨਾਮਾ ਉਹ ਕਨਫੈਡਰਲ ਢਾਂਚੇ ਦੀ ਹਮਾਇਤ ਕਰਦਾ ਸੀ। ਕਨਫੈਡਰਲ ਢਾਂਚਾ ਕੀ ਹੁੰਦਾ? ਆਜ਼ਾਦ ਰਾਜਾਂ ਦਾ ਸਵੈ ਇੱਛਤ ਮਹਾਸੰਘ। ਜਿਹੜਾ ਫੈਡਰਲ ਢਾਂਚਾ ਹੁੰਦਾ ਉਹਦੇ ਵਿੱਚ ਵੀ ਕੁਝ ਸਹਿਮਤੀ ਨਾਲ ਅਧਿਕਾਰ ਕੇਂਦਰ ਨੂੰ ਦੇ ਦਿੱਤੇ ਜਾਂਦੇ ਨੇ, ਬਾਕੀ ਰਾਜਾਂ ਨੂੰ ਦਿੱਤੇ ਜਾਂਦੇ ਨੇ। ਰਾਜਾਂ ਦੀ ਮਰਜ਼ੀ ਤੋਂ ਬਿਨਾਂ ਅਧਿਕਾਰ ਨਹੀਂ ਖੋਹੇ ਜਾਂਦੇ, ਉਹਨਾਂ ਦੀ ਸਹਿਮਤੀ ਨਾਲ ਅੱਗੇ ਪਿੱਛੇ ਹੋ ਜਾਂਦਾ। ਕਨਫੈਡਰਲ ਢਾਂਚਾ ਹੁੰਦਾ ਆਜ਼ਾਦ ਦੇਸ਼ਾਂ ਦਾ ਮਹਾਸੰਘ, ਜਿਹਦੇ ਵਿੱਚੋਂ ਜਿਹਨੂੰ ਰਾਜਾਂ ਨੂੰ ਖੁਦ ਮੁਖਤਿਆਰੀ ਕਹਿ ਲਈਏ ਅੱਡ ਹੋਣ ਤੇ ਫੈਡਰਲ ਢਾਂਚੇ ਦੇ ਵਿਚਕਾਰਲੀ ਸਟੇਜ ਸੀ ਉਹ। ਜੀ ਬਿਲਕੁਲ। ਤੇ ਕਿਉਂਕਿ ਇੱਥੇ ਵੀ ਯੂਨੀਅਨ, ਭਾਰਤ ਨੂੰ ਇੰਡੀਆ ਭਾਰਤੀ ਜੇ ਯੂਨੀਅਨ ਆਫ ਸਟੇਟਸ ਕਿਹਾ ਗਿਆ ਸਾਡੇ। ਬਿਲਕੁਲ। ਭਾਰਤ ਸ਼ਬਦ ਤੋਂ ਲੜ ਕੇ ਪਵਾਇਆ, ਕਿਉਂਕਿ ਭਾਰਤ ਸ਼ਬਦ ਆ ਹਿੰਦੂ ਮਿਥਿਹਾਸ ਚ ਆਉਂਦਾ ਨਹੀਂ। ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ। ਸਟੇਟਸ ਬੇਸਿਕ ਗੱਲਾਂ ਨੇ, ਜਿਹੜੀ ਯੂਨੀਅਨ ਆ ਸੈਕੰਡਰੀ ਗੱਲ ਆ, ਅਨੇਕਤਾ ਬੇਸਿਕ ਗੱਲ ਆ, ਏਕਤਾ ਸੈਕੰਡਰੀ ਗੱਲ ਆ। ਦੂਜੀ ਗੱਲ, ਉਹਨਾਂ ਵੇਲਿਆਂ ਚ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬਹੁਤ ਬੋਲਬਾਲਾ ਹੋ ਗਿਆ ਸੀ ਕਾਲਜਾਂ ਦੇ ਵਿੱਚ। ਪਰ ਕਿਉਂਕਿ ਜਿਹੜੀ ਦਿਸ਼ਾ ਉਹ ਲਹਿਰ ਨੇ ਇਖਤਿਆਰ ਕਰ ਲਈ, ਉਸੇ ਦਿਸ਼ਾ ਵੱਲ ਸਟੂਡੈਂਟ ਤੁਰ ਪਏ ਤੇ ਪੰਜਾਬ ਦੇ ਵਿੱਚ ਵਿਦਿਆਰਥੀ ਲਹਿਰਾ ਬੁਰੀ ਤਰ੍ਹਾਂ ਨੁਕਸਾਨੀ ਗਈ। ਪਰ ਇੱਕ ਸਭ ਤੋਂ ਹੈਰਾਨੀਜਨਕ ਤੱਥ ਤੁਸੀਂ ਇਹ ਦੇਖੋ, 1976 ਦੇ ਵਿੱਚ ਐਮਰਜੈਂਸੀ ਦੌਰਾਨ ਇੰਦਰਾ ਨੇ ਸਿੱਖਿਆ ਨੂੰ ਰਾਜਾਂ ਤੋਂ ਖੋਹ ਕੇ ਕੇਂਦਰ ਵਾਲੀ ਪਾਸੇ ਪਾ ਲਿਆ। ਨਾ ਕਿਸੇ ਕਮਿਊਨਿਸਟ ਜਥੇਬੰਦੀ ਨੇ ਵਿਰੋਧ ਕੀਤਾ, ਨਾ ਅਧਿਆਪਕ ਜਥੇਬੰਦੀਆਂ ਨੇ ਵਿਰੋਧ ਕੀਤਾ, ਨਾ ਸਿਆਸੀ ਪਾਰਟੀ। ਇੰਦਰਾ ਬਦਲੀ ਗਈ
ਪਰ ਜੋ ਉਹਨੇ ਕੇਂਦਰੀਕਰਨ ਦੇ ਫੈਸਲੇ ਲਏ ਸੀ ਉਹ ਨਹੀਂ ਬਦਲੇ ਗਏ ਜੀ। ਸੋ ਪੰਜਾਬ ਇੰਨੇ ਸਾਲਾਂ ਚ ਤੁਸੀਂ ਵਿਦਿਆਰਥੀ ਚੋਣੇ ਨਹੀਂ ਹੋਈਆਂ ਜੀ ਸਾਡੇ, ਅਸਲ ਸਿਆਸਤ ਜਿਹੜੀ ਹੋਣੀ ਹੁੰਦੀ ਹੈ ਉਹ ਹੋਈ ਨਹੀਂ, ਜਿਹਦੇ ਕਰਕੇ ਵਿਦਿਆਰਥੀਆਂ ਤੋਂ ਜਿਹੜੇ ਉਸ ਤਰ੍ਹਾਂ ਦੇ ਆਗੂ ਉੱਭਰਦੇ ਰਹੇ ਨੇ ਪਹਿਲਾਂ ਜੀ ਉਹ ਬੰਦ ਹੋ ਗਏ ਜੀ। ਜਿਹੜਾ ਪਾਰਟੀਆਂ 'ਚ ਜਾਣਾ ਸੀ, ਪਾਰਟੀਆਂ 'ਚ ਪਰਿਵਾਰਵਾਦ ਭਾਰੂ ਹੋ ਗਿਆ ਜੀ। ਜੇ ਅੱਜ ਮਾਲੀ ਐਮਐਲਏ ਆ, ਉਦੋਂ ਕਹਾ ਉਹਦਾ ਮੁੰਡਾ ਖੜਾ ਉਹ ਐਮਐਲਏ ਆ, ਉਹਦਾ ਦੂਜਾ ਮੁੰਡਾ ਉਹ ਕਿਤੇ ਚੇਅਰਮੈਨ ਬਣਿਆ ਹੋਇਆ। ਸੋ ਇਹ ਜਿਹੜਾ ਸਿਆਸਤ ਦੇ ਵਿੱਚ ਏਕੀਕਰਨ ਦਾ ਰੁਝਾਨ ਕਹਿ ਲਈਏ ਆਪਾਂ, ਪਰਿਵਾਰੀਕਰਨ ਦਾ ਕਹਿ ਲਓ ਤੁਸੀਂ, ਵਿਅਕਤੀ ਆਲੇ ਦੁਆਲੇ ਕੇਂਦਰਿਤ ਹੋ ਗਿਆ, ਇਹਨੇ ਸਿਆਸੀ ਲਾਂਘੇ ਬਹੁਤ ਬੰਦ ਕਰਤੇ। ਵਿਦਿਆਰਥੀ ਸਿਆਸਤ ਆ ਜਿਹੜੀ ਉਹ ਬਹੁਤ ਬੁਰੀ ਤਰ੍ਹਾਂ ਪੈਰੋਂ ਉਖੜੀ ਹੋਈ ਆ ਅੱਜ ਦੀ ਤਰੀਕ 'ਚ ਵੀ, ਚਾਹੇ ਉਹ ਪੰਜਾਬ ਪੱਖੀ ਹੋਵੇ, ਚਾਹੇ ਉਹ ਖਾਲਿਸਤਾਨ ਪੱਖੀ ਹੋਵੇ, ਇਨਕਲਾਬ ਪੱਖੀ ਹੋਵੇ, ਜਮਹੂਰੀਅਤ ਪੱਖੀ ਹੋਵੇ। ਇਸ ਪੱਖੋਂ ਵਿਦਿਆਰਥੀਆਂ ਦਾ ਸਿਆਸੀਕਰਨ ਨਹੀਂ ਹੋਇਆ ਜਿਹਦੇ ਕਰਕੇ ਉਹਨਾਂ ਕੋਲੇ ਇਨਫੋਰਮੇਸ਼ਨ ਤਾਂ ਹੈਗੀ ਆ, ਨੌਲੇਜ ਨਹੀਂ। ਜਿਹੜੀ ਮਾੜੀ ਜਿਹੀ ਗੱਲ ਉਹਨਾਂ ਨੂੰ ਪਤਾ, ਹੁਣ ਜਿਵੇਂ ਆਹ ਕਿਸਾਨ ਕੋਲ ਚ ਆਇਆ, ਮਤਲਬ 84 ਦੀਆਂ ਗੱਲਾਂ ਜਿਹੜੇ 84 ਤੋਂ ਬਾਅਦ ਪੈਦਾ ਹੋਏ ਨੇ, ਉਹਨਾਂ ਨੂੰ ਮਾੜੀ ਜਿਹੀ ਕੋਈ ਗੱਲ ਦੱਸ ਦੋ ਉਹੀ ਚੱਕ ਦਿੰਦੇ ਨੇ ਫੱਟੇ ਜੀ। ਬਿਲਕੁਲ ਉਹ ਸਾਰੇ ਦਾ ਨਿਰਣਾ ਕਰਕੇ ਸਮੁੱਚੀ ਸਮਝ ਉਤਾਰ ਕੇ ਹਾਸਲ ਕਰਕੇ ਕੋਈ ਸੋਚ ਕਰਨ ਦੀ ਥਾਂ ਉਧਰਲੇ ਪਾਸੇ ਨਹੀਂ ਤੁਰਦੇ। ਜੇ ਕੋਈ ਵਿਦਿਆਰਥੀ ਜਥੇਬੰਦੀਆਂ ਇਹ ਕਿਸਾਨ ਘੋਲ ਦੀ ਹਮਾਇਤ ਚ ਆਈਆਂ ਨੇ, ਅਸੀਂ ਵਿਦਿਆਰਥੀ ਜਥੇਬੰਦੀਆਂ ਦੂਜੇ ਘੋਲਾਂ ਦੀ ਹਮਾਇਤ ਕਰਦੇ ਰਹੇ ਹਾਂ। ਅਸੀਂ ਹਮਾਇਤ ਕਰਦੇ ਸੀ, ਉਹਨਾਂ ਤੇ ਜਾ ਕੇ ਕਬਜ਼ਾ ਨਹੀਂ ਕਰਦੇ ਸੀ ਵੀ ਤੁਹਾਨੂੰ ਐ ਕਰਨਾ ਚਾਹੀਦਾ। ਸਾਡੇ ਚੰਡੀਗੜ੍ਹ ਵਾਲੇ ਜਿਹੜੇ ਗਏ ਭਰਾ ਇਹ ਜਾ ਕੇ ਉਹਨਾਂ ਨੂੰ ਸੇਧ ਦੇਣ ਲੱਗੇ, ਐ ਨਹੀਂ ਤੁਹਾਨੂੰ ਐ ਕਰਨਾ ਚਾਹੀਦਾ, ਸਾਡੀ ਗੱਲ ਮੰਨਣੀ ਚਾਹੀਦੀ ਆ। ਇਹਦੇ ਨਾਲ ਟਕਰਾਅ ਹੋ ਗਿਆ, ਸਮਾਂ ਤੇ ਆਈਸੋਲੇਟ ਹੋ ਗਏ ਜੀ। ਬਿਲਕੁਲ। ਸੋ ਕਿਤੇ ਨਾ ਕਿਤੇ ਇਹ ਵੀ ਸੱਚ ਹੈ ਕਿ ਜਿਹੜਾ ਇਤਿਹਾਸ ਹੈ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜਿਹੜੀ ਕਾਂਗਰਸ ਕਦੇ ਕੇਂਦਰੀਕਰਨ ਕਰਕੇ ਜਾਣੀ ਜਾਂਦੀ ਸੀ, ਅੱਜ ਉਹੀ ਸਭ ਤੋਂ ਵੱਧ ਰੌਲਾ ਪਾ ਰਹੀ ਹੈ ਕਿ ਮੋਦੀ ਜੀ ਨੇ ਤਾਂ ਸਭ ਕੁਝ ਕੇਂਦਰੀਕਰਨ ਕਰ ਲਿਆ, ਖੁਦ ਮੁਖਤਿਆਰੀ ਹੋਣੀ ਚਾਹੀਦੀ ਹੈ। ਬਿਲਕੁਲ ਇਤਿਹਾਸ ਆਪਣੇ ਆਪ ਨੂੰ ਕਿਤੇ ਨਾ ਕਿਤੇ ਦੁਹਰਾਉਂਦਾ ਹੈ। ਸੋ ਮਾਲੀ ਸਾਹਿਬ, ਬਹੁਤ ਅਹਿਮ ਜਾਣਕਾਰੀ ਔਰ ਪਰਦੇ ਪਿਛਲੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਕੀਮਤੀ ਸਮਾਂ ਤੁਸੀਂ ਸਾਨੂੰ ਦਿੱਤਾ, ਉਹਦੇ ਲਈ ਵੀ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ। ਤੁਹਾਡਾ ਵੀ ਬਹੁਤ ਧੰਨਵਾਦ ਜੀ। ਮੈਂ ਵੀ ਇੱਕ ਗੱਲ ਕਹਿਣੀ ਭੁੱਲ ਗਿਆ ਸੀ ਵੀ ਤੁਸੀਂ ਨਵਾਂ ਚੈਨਲ ਸ਼ੁਰੂ ਕੀਤਾ, ਉਹਦੇ ਲਈ ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ। ਤੁਸੀਂ ਸਫਲ ਹੋਵੋ, ਸਮਾਜ ਦੀ ਸੇਵਾ ਕਰਦੇ ਰਹੋ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ।